ਲੱਖਾ ਸਿਧਾਣਾ ਲੁਕ ਛਿਪ ਕੇ ਜਿਹੜੀਆਂ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੀ ਸੀ। ਇੱਕ ਡਰ ਜਿਹੜਾ ਲਗਾਤਾਰ ਬਣਿਆ ਹੋਇਆ ਸੀ ਕਿ ਪੁਲਿਸ ਕਿਸੇ ਵੇਲੇ ਗ੍ਰਿਫਤਾਰ ਕਰ ਸਕਦੀ ਆ। ਟੋਟਲ ਕਿੰਨੇ ਕੇਸ ਆ, ਕਿੰਨਿਆਂ ਦੇ ਵਿੱਚ ਰਾਹਤ ਮਿਲੀ ਔਰ ਕੀ ਜਿਹੜਾ ਫਿਊਚਰ ਦਿਖ ਰਿਹਾ ਲੱਖਾ ਸਿਧਾਣਾ ਦੇ ਕੇਸਾਂ ਦਾ? एक 39 ਨੰਬਰ FIR ਹੈ ਸਮੇਪੁਰ ਬਾਦਲੀ ਦੀ, ਉਹਦੇ ਵਿੱਚ ਵਾਂਟਡ ਹੈ ਤੇ ਉਹਦੇ ਉੱਤੇ ਜੀ 1 ਲੱਖ ਰੁਪਏ ਦਾ ਇਨਾਮ। ਉਹਨਾਂ ਨੇ ਫਿਰ ਉੱਥੇ ਕੁਝ ਵੀਡੀਓਜ਼ ਲਗਾਈਆਂ ਕਿ ਜੀ ਲੱਖਾ ਸਿਧਾਣਾ ਨੇ 4 ਜਨਵਰੀ ਨੂੰ ਇੱਕ ਵੀਡੀਓ ਦੇ ਰਾਹੀਂ ਕਿਹਾ ਕਿ ਅਸੀਂ ਲਾਲ ਕਿਲੇ ਜਾਣਾ। ਲੱਖਾ ਸਿਧਾਣਾ ਇੱਕ ਵੀਡੀਓ ਦੇ ਵਿੱਚ ਕਿਸੇ ਨੇ ਜੱਫੀ ਪਾਉਂਦੇ ਦਿਖ ਰਿਹਾ। ਅੱਛਾ, ਉਹਨਾਂ ਨੇ ਕਿਹਾ ਜੀ ਆਹ ਦੇਖੋ ਇਹ ਸੰਜੇ ਗਾਂਧੀ ਟਰਾਂਸਪੋਰਟ ਨਗਰ ਦੇ ਵਿੱਚ ਖੜਾ ਹੈਗਾ ਤੇ ਇੱਥੇ ਜੱਫੀਆਂ ਪਾ ਰਿਹਾ ਤੇ ਲੋਕਾਂ ਨੂੰ ਉਕਸਾ ਰਿਹਾ। ਦਿੱਲੀ ਸਾਡਾ, ਲਾਲ ਕਿਲਾ ਸਾਡਾ, ਲਾਲ ਕਿਲੇ ਤੇ ਜਾਣ ਤੇ ਕੋਈ ਮਨਾਹੀ ਨਹੀਂ ਹੈਗੀ। ਤੇ ਜੇ ਬੰਦਾ ਕਹਿੰਦਾ ਲਾਲ ਕਿਲਾ ਚੱਲੋ ਤੇ ਇਹਦੇ ਵਿੱਚ ਗਲਤ ਕੀ ਹੈ? ਇਸ ਵੇਲੇ ਬੜੀ ਪ੍ਰੋਬਲਮ ਦਿੱਲੀ ਪੁਲਿਸ ਫਸ ਗਈ ਹੈ ਜੀ। ਕਿ ਉਸ ਤੋਂ ਬਾਅਦ ਇਹ ਐਡਮਿਟ ਕਰਤੇ ਕਿ ਲੱਖਾ ਸਿਧਾਣਾ ਕਦੇ ਲਾਲ ਕਿਲੇ ਗਿਆ ਹੀ। ਦਿੱਲੀ ਪੁਲਿਸ ਦੇ ਕੋਲੋਂ ਬਲੰਡਰ ਇਹ ਹੋਇਆ ਹੈ ਕਿ ਦਿੱਲੀ ਪੁਲਿਸ ਨੇ ਸਾਰੇ ਨਿਊਜ਼ਪੇਪਰਾਂ ਦੇ ਵਿੱਚ ਇਹ ਐਡਵਰਟਾਈਜ਼ ਕੀਤਾ ਕਿ ਲੱਖਾ ਸਿਧਾਣਾ ਇਜ਼ ਵਾਂਟਡ ਇਨ ਰੈੱਡ ਫੋਰਟ ਗੇਟ। ਬਾਕੀ ਸਾਰੀ ਦੀ ਸਾਰੀ 16 FIR ਦੇ ਵਿੱਚ ਬਾਇਜ਼ਤ ਬਰੀ ਹੋ ਚੁੱਕਾ ਹੋ ਜੀ। ਜਦੋਂ ਬੰਦਾ ਬਾਇਜ਼ਤ ਬਰੀ ਹੋ ਗਿਆ ਫਿਰ FIR ਨੂੰ ਲਗਾਉਣ ਦਾ ਮਤਲਬ ਕੀ ਬਣਦਾ ਤੁਹਾਡਾ? ਦਿੱਲੀ ਪੁਲਿਸ ਹਰ ਜਗ੍ਹਾ ਤੇ ਜਿਹੜੀ ਆ ਰੋਂਗ ਸਾਬਤ ਹੋ ਰਹੀ ਹੈ। ਕੀ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਨਿਕਲਣ ਦੇ ਬਾਅਦ ਤੁਸੀਂ ਜਿਹੜਾ ਕਾਨੂੰਨੀ ਤੌਰ ਤੇ ਜਵਾਬ ਤਲਬੀ ਕਰੋਗੇ ਦਿੱਲੀ ਪੁਲਿਸ ਨੂੰ, ਜਿਸ ਤਰੀਕੇ ਦੀ ਮਨਜਿੰਦਰ ਸਿੰਘ ਸਿਰਸਾ ਨੇ ਵਾਰਨਿੰਗ ਦਿੱਤੀ ਹੈ ਪੁਲਿਸ ਨੂੰ? ਸਤਿ ਸ਼੍ਰੀ ਅਕਾਲ, ਔਨ ਏਅਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਮਨ ਤੂਰ। ਲੱਖਾ ਸਿਧਾਣਾ ਦੇ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪਰਤਾਂ ਖੁੱਲ ਰਹੀਆਂ ਨੇ। ਲੋਕਾਂ ਨੂੰ ਇੱਕ ਵੱਡਾ ਡਰ ਸੀ ਕਿ ਉਹਨੂੰ ਕਿਸੇ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਔਰ ਜਿਸ ਤਰੀਕੇ ਦੇ ਨਾਲ ਹੁਣ ਤੱਕ ਲੱਖਾ ਸਿਧਾਣਾ ਲੁਕ ਛਿਪ ਕੇ ਜਿਹੜੀਆਂ ਲੋਕਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੀ ਸੀ, ਇੱਕ ਡਰ ਜਿਹੜਾ ਲਗਾਤਾਰ ਬਣਿਆ ਹੋਇਆ ਸੀ ਕਿ ਪੁਲਿਸ ਕਿਸੇ ਵੇਲੇ ਗ੍ਰਿਫਤਾਰ ਕਰ ਸਕਦੀ ਆ। 26 ਜਨਵਰੀ ਹਿੰਸਾ ਮਾਮਲੇ ਦੇ ਵਿੱਚ ਅਜੇ ਤੱਕ ਜਿਹੜੀਆਂ ਪਰਤਾਂ ਦਿੱਲੀ ਪੁਲਿਸ ਖੋਲ੍ਹ ਰਹੀ ਹੈ ਔਰ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਰੈਕਗਨਾਈਜ਼ ਕੀਤਾ ਜਾ ਰਿਹਾ ਔਰ ਲੋਕਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਉਹਦੇ ਵਿੱਚ ਦੀਪ ਸਿੱਧੂ ਤੋਂ ਬਾਅਦ ਲੱਖਾ ਸਿਧਾਣਾ ਇੱਕ ਵੱਡੇ ਨਾਮ ਵਜੋਂ ਉੱਭਰੇ ਆ ਤੇ ਹੁਣ ਜਿਹੜੀ ਆ ਪਿਛਲੇ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਲਗਾਤਾਰ ਉਹਨਾਂ ਨੂੰ ਰਾਹਤ ਮਿਲ ਰਹੀ ਆ। ਪਹਿਲਾਂ ਜਿਹੜੀ ਉਹਨਾਂ ਨੂੰ 17 ਜੁਲਾਈ ਤੱਕ ਸੀ, ਹੁਣ 20 ਤਰੀਕ ਦਾ ਅੱਜ ਜਿਹੜਾ ਇੱਕ ਫੈਸਲਾ ਆਉਂਦਾ ਹੈ ਔਰ ਇਹਦੇ ਉੱਤੇ ਪੂਰੇ ਦਾ ਪੂਰਾ ਵਕੀਲਾਂ ਦਾ ਇੱਕ ਪੈਨਲ ਜਿਹੜਾ ਕੰਮ ਕਰ ਰਿਹਾ ਔਰ ਉਹਨਾਂ ਨੇ ਕੱਲ ਇਨਵੈਸਟੀਗੇਸ਼ਨ ਦੇ ਲਈ ਲੱਖਾ ਸਿਧਾਣਾ ਨੂੰ ਪੇਸ਼ ਵੀ ਕੀਤਾ। ਪਰ ਉਹਦੇ ਨਾਲ ਜੱਜ ਸਾਹਿਬਾਨ ਦੀ ਕੀ ਜਿਹੜੀ ਵਾਰਤਾਲਾਪ ਹੁੰਦੀ ਆ ਵਕੀਲਾਂ ਦੇ ਨਾਲ ਔਰ ਕਿਸ ਤਰੀਕੇ ਦੇ ਨਾਲ ਲੱਖਾ ਸਿਧਾਣਾ ਦੇ ਮਾਮਲੇ ਦੇ ਵਿੱਚ ਮੋੜ ਜਿਹੜੇ ਆ ਸਕਦੇ ਆ, ਕੁਝ ਰਾਹਤ ਹੋ ਸਕਦੀ ਆ ਜਾਂ ਚਿੰਤਾ ਕਰਨ ਵਾਲੀਆਂ ਗੱਲਾਂ ਹੈਗੀਆਂ, ਇਹਨਾਂ तमाम ਚੀਜ਼ਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਐਡਵੋਕੇਟ ਵਰਿੰਦਰਪਾਲ ਸਿੰਘ ਸੰਧੂ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਪੂਰੇ ਮਾਮਲੇ ਦੇ ਵਿੱਚ ਹੁਣ ਅਸਲ ਦੇ ਵਿੱਚ ਕਿਸ ਮੋੜ ਦੇ ਉੱਤੇ ਇਹ ਮਾਮਲਾ ਆ ਕੇ ਖੜ ਗਿਆ ਹੋਇਆ ਤੇ ਲੱਖਾ ਸਿਧਾਣਾ ਨੂੰ ਖਤਰਾ ਖੜਾ ਹੋ ਸਕਦਾ ਜਾਂ ਜਿਹੜੀਆਂ ਅਦਾਲਤ ਦੇ ਵੱਲੋਂ ਰਾਹਤ ਮਿਲ ਰਹੀ ਆ ਉਹ ਰਾਹਤ ਕਿਸੇ ਵੱਡੀ ਰਾਹਤ ਦੇ ਵਿੱਚ ਤਬਦੀਲ ਹੋ ਸਕਦੀ ਆ। ਬਹੁਤ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਸਰ, ਇਹ ਜਾਣਨਾ ਚਾਹੁੰਦੇ ਹਾਂ ਕਿ ਜਿਵੇਂ ਹੁਣ ਪਹਿਲਾਂ 17 ਜੁਲਾਈ ਤੱਕ ਇੱਕ ਰਾਹਤ ਮਿਲੀ ਸੀ, ਫਿਰ 20 ਜੁਲਾਈ ਤੱਕ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਅਰੈਸਟ ਨਹੀਂ ਕੀਤਾ ਜਾਊਗਾ, ਕੋਰਟ ਨੇ ਕਿਹਾ ਔਰ ਕੋਰਟ ਜਿਹੜੇ ਲਗਾਤਾਰ ਦਿੱਲੀ ਪੁਲਿਸ ਨੂੰ ਵੀ ਜਵਾਬ ਤਲਬੀ ਕਰ ਰਹੇ ਆ। ਸੋ ਪੂਰਾ ਮਾਮਲਾ ਜਿਹੜਾ ਸਮਝਾਓਗੇ ਕਿ ਸ਼ੁਰੂ ਕਿੱਥੋਂ ਹੁੰਦਾ, ਕਿਉਂਕਿ ਪਹਿਲਾਂ ਤਾਂ ਲਗਾਤਾਰ ਉਹ ਲੁਕ ਛਿਪ ਕੇ ਜਿਹੜੇ ਆ ਕੰਮ ਕਰ ਰਹੇ ਸੀ। ਟੋਟਲ ਕਿੰਨੇ ਕੇਸ ਆ, ਕਿੰਨਿਆਂ ਦੇ ਵਿੱਚ ਰਾਹਤ ਮਿਲੀ ਔਰ ਕੀ ਜਿਹੜਾ ਫਿਊਚਰ ਦਿਖ ਰਿਹਾ ਲੱਖਾ ਸਿਧਾਣਾ ਦੇ ਕੇਸਾਂ ਦਾ? ਮੈਂ ਥੋੜੀ ਜਿਹੀ ਇਸ ਦੀ ਬੈਕਗ੍ਰਾਉਂਡ ਦੇਣਾ ਚਾਹਾਂਗਾ। ਪਹਿਲਾਂ ਤਾਂ ਮੈਂ ਚਾਹਾਂਗਾ ਸਾਰੇ ਸਰੋਤਿਆਂ ਨੂੰ ਕਿ ਸਾਡੀ ਇੱਕ ਟੀਮ ਹੈ ਜਿਹੜੀ DSGMC ਦੇ ਅੰਡਰ ਕੰਮ ਕਰ ਰਹੀ ਹੈ, ਜਿਹਦੇ ਸਿਰਸਾ ਜੀ ਹੈਗੇ ਹੈਡ ਕਰ ਰਹੇ ਤੇ ਬਾਕੀ ਸਾਰੇ ਇੰਪਲੋਇਰਸ ਦੀ ਟੀਮ ਹੈ। ਇਸ ਟੀਮ ਨੂੰ ਅੱਜ ਲੱਖਾ ਦੀ ਬੇਲ ਆਰਗੂ ਕੀਤੀ। ਜਸਪ੍ਰੀਤ ਸਿੰਘ ਰਾਏ ਮੇਰੇ ਵੱਡੇ ਭਾਈ ਨੇ, ਉਹਨਾਂ ਨੇ ਆਰਗੂ ਕੀਤਾ। ਜਸਦੀਪ ਸਿੰਘ ਢਿੱਲੋਂ ਸਾਹਿਬ ਨੇ ਅਸਿਸਟ ਕੀਤਾ, ਮੈਂ ਕੀਤਾ, ਕਪਲ ਮੈਦਾਨ, ਗੁਰਮੁਖ ਸਿੰਘ ਤੇ ਹੋਰ ਸਾਡੀ ਟੀਮ ਦੇ ਹੋਰ ਲੋਕਾਂ ਨੇ ਕੀਤਾ ਤਾਂ ਜੋ ਕਿ ਸਭ ਨੂੰ ਪਤਾ ਲੱਗੇ ਕਿ ਵੀ ਮੈਂ ਇਕੱਲਾ ਨਹੀਂ ਹੈਗਾ, ਬਾਕੀ ਸਾਡੀ ਪੂਰੀ ਟੀਮ ਕੰਮ ਕਰ। ਇਸ ਕੇਸ ਦੇ ਵਿੱਚ ਸ਼ੁਰੂ ਤੋਂ ਹੀ ਜਿਹੜੀ ਹੈਗੀ ਕਨਫਿਊਜ਼ਨ ਰਹੀ ਜੀ। 26 ਤਰੀਕ ਦੇ ਇਨਸੀਡੈਂਟ ਤੋਂ ਬਾਅਦ ਐਟ ਅ ਸਡਨ ਅਖਬਾਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜੀ ਦੀਪ ਸਿੱਧੂ ਦੇ ਉੱਤੇ ਨਾਮ ਹੋ ਗਿਆ, ਲੱਖਾ ਸਿਧਾਣਾ ਦੇ ਉੱਤੇ ਨਾਮ ਪਾ ਦਿੱਤਾ ਗਿਆ। ਪਰ ਅੱਜ ਤੱਕ ਰੈੱਡ ਫੋਰਟ ਵਾਲੇ ਕੇਸ ਦੇ ਵਿੱਚ ਲੱਖਾ ਸਿਧਾਣਾ ਨੂੰ ਇੱਕ ਵੀ ਲੀਗਲ ਨੋਟਿਸ ਜਾਂ ਇੱਕ ਵੀ ਸੰਮਨ ਦਿੱਲੀ ਪੁਲਿਸ ਨੇ ਨਹੀਂ ਭੇਜਿਆ ਸੀ, ਜਿਸ ਕਰਕੇ ਲੱਖਾ ਸਿਧਾਣਾ ਨੂੰ ਅਸੀਂ ਕਦੇ ਪੇਸ਼ ਨਹੀਂ ਕੀਤਾ। ਜਦ ਸਾਨੂੰ ਪੁਲਿਸ ਬੁਲਾਏਗੀ ਨਹੀਂ ਅਸੀਂ ਪੇਸ਼ ਕਿਉਂ ਹੋਈਏ? ਪਰ ਐਪਰੀਹੈਂਸ਼ਨ ਇੱਕ ਬਣਿਆ ਹੋਇਆ ਸੀ। ਐਪਰੀਹੈਂਸ਼ਨ ਬਣੇ ਹੋਣ ਦੇ ਕਰਕੇ ਅਸੀਂ ਥੋੜਾ ਪ੍ਰੀਕਾਸ਼ਨ ਲੈ ਰਹੇ ਸੀ ਜੀ। ਫਿਰ
ਪਿਛਲੇ ਮਹੀਨੇ ਲੱਖਾ ਸੇਠਾਣਾ ਦੇ ਬ੍ਰਦਰ ਨੂੰ ਉਹਨਾਂ ਨੇ ਚੱਕ ਲਿਆ ਇਲੀਗਲੀ, ਦਿੱਲੀ ਪੁਲਿਸ ਨੇ ਬਿਲਕੁਲ ਪਟਿਆਲੇ ਤੋਂ, ਉਹਦੇ ਜੀ ਨਾਲ ਕੁੱਟਮਾਰ ਕੀਤੀ। ਅਸੀਂ ਉਸ ਦੇ ਖਿਲਾਫ ਪਟਿਆਲੇ ਦੇ ਵਿੱਚ ਕੰਪਲੇਂਟ ਕੀਤੀ, ਫਿਰ ਉਹਦੇ ਬਾਅਦ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਗਏ। ਜੀ ਉਸ ਪਟੀਸ਼ਨ ਦੇ ਵਿੱਚ ਨੋਟਿਸ ਹੋਇਆ ਦਿੱਲੀ ਪੁਲਿਸ ਨੂੰ, ਤੇ ਉਸ ਪਟੀਸ਼ਨ ਦੇ ਨੋਟਿਸ ਦੇ ਵਿੱਚ ਬਾਅਦ ਉਹਨਾਂ ਨੇ ਦਿੱਲੀ ਪੁਲਿਸ ਨੇ ਸਾਨੂੰ ਇੱਕ ਸਟੇਟਮੈਂਟ ਜਾਰੀ ਕੀਤੀ ਕਿ ਹੀ ਇਜ਼ ਵਾਂਟਡ। ਜਦੋਂ ਉਹਨਾਂ ਨੇ ਇਹ ਗੱਲ ਕਹੀ, ਫਿਰ ਅਸੀਂ ਉਸ ਤੋਂ ਬਾਅਦ ਇੱਕ ਐਂਟੀਸਪੇਟਰੀ ਬੇਲ ਲਗਾ ਦਿੱਤੀ। ਹੁਣ ਇਸ ਸਾਰੇ ਕੇਸ ਦੇ ਵਿੱਚ ਲੱਖਾ ਸੇਠਾਣਾ ਦਾ ਰੋਲ ਜੋ ਹੈ, ਲੱਖਾ ਸੇਠਾਣਾ ਨੇ ਕੋਈ ਵੀ ਵਾਇਲੈਂਸ ਨਹੀਂ ਕੀਤੀ ਉਹਦੇ ਖਿਲਾਫ, ਕੋਈ ਐਵੀਡੈਂਸ ਨਹੀਂ ਦਿੱਲੀ ਪੁਲਿਸ ਕੋਲੇ। ਚਾਰਜ ਸ਼ੀਟ ਫਾਈਲ ਹੋ ਚੁੱਕੀ ਹੈ, ਚਾਰਜ ਸ਼ੀਟ ਬਾਅਦ ਸਪਲੀਮੈਂਟਰੀ ਚਾਰਜ ਸ਼ੀਟ ਵੀ ਫਾਈਲ ਹੋ ਚੁੱਕੀ ਹੈ। ਦੋਨੋਂ ਚਾਰਜ ਸ਼ੀਟ ਦੇ ਵਿੱਚ ਲੱਖਾ ਸੇਠਾਣਾ ਦੇ ਬਾਰੇ ਕਿਸੇ ਵੀ ਬੰਦੇ ਨੇ ਕੋਈ ਗੱਲ ਨਹੀਂ ਕੀਤੀ, ਨਾ ਦਿੱਲੀ ਪੁਲਿਸ ਨੇ ਕੋਈ ਐਲੀਗੇਸ਼ਨ ਲਾਇਆ ਜੀ। ਲੱਖਾ ਸੇਠਾਣਾ ਦਾ ਜੋ ਅਸੀਂ ਕੋਰਟ ਦੇ ਵਿੱਚ ਜਦੋਂ ਗਏ, ਅਸੀਂ ਸ਼ੁਰੂ ਤੋਂ ਉਹਦਾ ਕੰਟੈਕਟ ਦੱਸਿਆ ਜੀ। ਅਸੀਂ ਕਹੇ ਤੁਸੀਂ ਇਹਦੀ ਸਾਰੀਆਂ ਜਿੰਨੀਆਂ ਵੀ ਸਪੀਚਿਸ ਨੇ, ਸਾਰੀਆਂ ਵੀਡੀਓ ਨੇ, ਤੁਸੀਂ ਦੇਖ ਲਓ ਕਿ ਹਮੇਸ਼ਾ ਇਹ ਅਪੀਲ ਰਹੀ ਹੈ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਲੜਨਾ। 25 ਤਰੀਕ ਦੀ ਰਾਤ ਨੂੰ ਵੀ ਇਸ ਦੀ ਦਿੱਲੀ ਪੁਲਿਸ ਨੇ ਵੀਡੀਓ ਲਗਾਈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਬਈ ਇਸ ਨੇ ਲੋਕਾਂ ਨੂੰ ਉਕਸਾਇਆ। ਅਸੀਂ ਕਿਹਾ ਜੀ ਤੁਸੀਂ ਵੀਡੀਓ ਦੇਖੋ। ਵੀਡੀਓ ਦੇ ਵਿੱਚ ਉਹਨੇ ਇਹ ਕਿਹਾ ਜੀ ਸ਼ਾਂਤਮਈ ਤਰੀਕੇ ਨਾਲ ਅਸੀਂ ਅੰਦੋਲਨ ਲੜ ਰਹੇ ਹਾਂ, ਜਿੱਦਾਂ ਸਾਡੇ ਲੀਡਰ ਕਹਿੰਦੇ ਅਸੀਂ ਉਹਨੂੰ ਲੀਡਰਾਂ ਨੂੰ ਫੋਲੋ ਕਰਾਂਗੇ। ਬਿਲਕੁਲ। ਤੇ ਇਸ ਹਿਸਾਬ ਨਾਲ ਅਸੀਂ ਜਦੋਂ ਜੱਜ ਸਾਹਿਬ ਦੇ ਅੱਗੇ ਸਾਰੇ ਆਪਣੇ ਫੈਕਟਸ ਰੱਖੇ, ਅਸੀਂ ਕਿਹਾ ਸਰ ਅਸੀਂ ਪੂਰਾ ਕੋਆਪਰੇਟ ਕਰਾਂਗੇ, ਜਿੱਥੇ ਕਹੋਗੇ ਉੱਥੇ ਆਵਾਂਗੇ, ਤੁਸੀਂ ਸਾਨੂੰ ਦੱਸੋ ਜੀ। ਫਿਰ ਦਿੱਲੀ ਪੁਲਿਸ ਨੇ ਜਦੋਂ ਆਪਣਾ ਰਿਪਲਾਈ ਫਾਈਲ ਕੀਤਾ, ਉਹਦੇ ਵਿੱਚ ਦੋ ਚੀਜ਼ਾਂ ਅਹਿਮ ਨਿਕਲ ਕੇ ਆਈਆਂ। ਪਹਿਲੀ ਚੀਜ਼ ਜਿਹੜੀ ਨਿਕਲ ਕੇ ਆਈ, ਉਹਨਾਂ ਨੇ ਇਹ ਗੱਲ ਕਹੀ ਕਿ ਇਹ ਲਾਲ ਕਿਲੇ ਦੇ ਵਿੱਚ ਵਾਂਟਡ ਨਹੀਂ ਹੈਗਾ, ਇੱਕ 39 ਨੰਬਰ FIR ਹੈ ਸਮੇਂਪੁਰ ਬਾਦਲੀ ਦੀ, ਉਹਦੇ ਵਿੱਚ ਵਾਂਟਡ ਹੈ ਤੇ ਉਹਦੇ ਉੱਤੇ 1 ਲੱਖ ਰੁਪਏ ਦਾ ਇਨਾਮ। ਤੇ ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਉਹਨਾਂ ਨੇ ਰਿਪਲਾਈ ਐਡਮਿਟ ਕੀਤੀ ਕਿ ਲੱਖਾ ਸੇਠਾਣਾ ਕਦੇ ਰੈੱਡ ਫੋਰਟ ਗਿਆ ਹੀ ਨਹੀਂ, ਰਿਟਨ ਦੇ ਵਿੱਚ ਐਡਮਿਟ ਕੀਤੀ ਕੋਰਟ ਦੇ ਜੀ। ਦਿੱਲੀ ਪੁਲਿਸ ਨੇ ਜੀ ਜਿਹੜੀ ਰੈੱਡ ਫੋਰਟ ਕੇਸ ਦੀ FIR ਹੈ, ਉਹ FIR ਹੈ ਕਿ ਰੈੱਡ ਫੋਰਟ ਦੇ ਵਿੱਚ ਜਦੋਂ 26 ਤਰੀਕ ਨੂੰ ਜਿੰਨੀ ਵਾਇਲੈਂਸ ਹੋਈ ਹੈ ਉਸ ਦੇ ਰਿਗਾਰਡਿੰਗ ਜੀ। ਤੇ ਇਸ ਕਰਕੇ ਉਸ FIR ਦੇ ਵਿੱਚ ਅਕਿਊਜ਼ ਬਣਨ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਜ਼ਰੂਰਤ ਹੈ ਕਿ ਉਸ ਬੰਦੇ ਦਾ ਰੈੱਡ ਫੋਰਟ ਦੇ ਅੰਡਰ ਮੌਜੂਦ ਹੋਣਾ ਜੀ। ਪਰ ਦਿੱਲੀ ਪੁਲਿਸ ਖੁਦ ਹੀ ਮੰਨ ਰਹੀ ਹੈ ਕਿ ਰੈੱਡ ਫੋਰਟ ਤੇ ਨਹੀਂ ਗਿਆ। ਪਰ ਉਸ ਦੇ ਵਿੱਚ ਇਸ ਕਰਕੇ ਸਾਨੂੰ ਲਾਸਟ ਡੇਟ ਦੇ ਉੱਤੇ ਜਿਹੜੇ ਮੇਨ PP ਸਾਹਿਬ ਸੀਗੇ ਉਹ ਛੁੱਟੀ ਤੇ ਸੀ, ਉਹਨਾਂ ਦਾ ਜੂਨੀਅਰ ਸੀ, ਉਸਨੇ ਡੇਟ ਲੈ ਲਈ। ਪਰ IO ਮੌਜੂਦ ਸੀਗਾ। IO ਨੂੰ ਪੁੱਛਿਆ ਗਿਆ ਜੀ ਤੁਸੀਂ ਦੱਸੋ ਤੁਹਾਡੇ ਐਲੀਗੇਸ਼ਨ ਕੀ ਨੇ ਇਹਨਾਂ ਦੇ ਖਿਲਾਫ। IO ਕੋਲ ਕੋਈ ਜਵਾਬ ਨਹੀਂ। ਜੱਜ ਸਾਹਿਬ ਨੇ ਆਰਡਰ ਦੇ ਵਿੱਚ ਸਾਫ਼ ਲਿਖ ਕੇ ਕਿ ਵੀ ਇਹਨਾਂ ਨੇ ਐਡਮਿਟ ਕੀਤਾ ਕਿ ਲੱਖਾ ਸੇਠਾਣਾ ਨੇ ਕੋਈ ਵਾਇਲੈਂਸ ਨਹੀਂ ਕੀਤੀ, ਤੇ ਇਸ ਕਰਕੇ ਇੰਟਰਮ ਪ੍ਰੋਟੈਕਸ਼ਨ ਦੇ ਦਿੱਤੀ ਜੀ। ਉਹ ਇੰਟਰਮ ਪ੍ਰੋਟੈਕਸ਼ਨ ਲੈਣ ਤੋਂ ਬਾਅਦ ਅਸੀਂ 39 ਨੰਬਰ FIR ਦੇ ਵਿੱਚ ਐਂਟੀਸਪੇਟਰੀ ਬੇਲ ਲਗਾਈ ਜੀ। ਉੱਥੇ ਵੀ ਅਸੀਂ ਫਿਰ ਜਾ ਕੇ ਜਦੋਂ ਗਏ ਤੇ ਉਹਨਾਂ ਨੇ ਫਿਰ ਉੱਥੇ ਕੁਝ ਵੀਡੀਓਜ਼ ਲਗਾਈਆਂ ਕਿ ਜੀ ਲੱਖਾ ਸੇਠਾਣਾ ਨੇ 4 ਜਨਵਰੀ ਨੂੰ ਇੱਕ ਵੀਡੀਓ ਦੇ ਰਾਹੀਂ ਕਿਹਾ ਕਿ ਅਸੀਂ ਲਾਲ ਕਿਲੇ ਜਾਣਾ। ਅਸੀਂ ਪਰ ਉਸਨੂੰ ਜੱਜ ਸਾਹਿਬ ਨੂੰ ਕਿਹਾ ਕਿ ਜੱਜ ਸਾਹਿਬ ਇਹ ਵੀਡੀਓ ਨੂੰ ਨਾ ਬਿਟਸ ਐਂਡ ਪੀਸਿਸ ਨਾ ਦੇਖੋ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦੇਖੋ ਜੀ। ਇਸ ਵੀਡੀਓ ਦੇ ਵਿੱਚ ਸ਼ੁਰੂਆਤ ਲੱਖਾ ਸੇਠਾਣਾ ਨੇ ਇਹ ਕਿਹਾ ਕਿ ਅਸੀਂ ਕਿਸਾਨ ਨੇਤਾ ਇਹ ਸੋਚਦੇ ਹਾਂ ਕਿ ਲਾਲ ਕਿਲੇ 26 ਤਰੀਕ ਨੂੰ ਜਾਈਏ ਵੱਧ ਤੋਂ ਵੱਧ ਟਰੈਕਟਰ ਲੈ ਕੇ। ਉਸਨੇ ਇਹ ਨਹੀਂ ਕਿਹਾ ਕਿ ਅਸੀਂ ਜਾਣਾ ਹੀ ਜਾਣਾ ਜੀ। 26 ਤਰੀਕ ਦਾ ਲਾਲ ਕਿਲੇ ਜਾਣ ਦਾ ਕਿਸਾਨ ਲੀਡਰਾਂ ਦਾ ਪ੍ਰਪੋਜ਼ਲ ਸੀਗਾ, ਜਿਹੜਾ ਦਿੱਲੀ ਪੁਲਿਸ ਦੇ ਅੱਗੇ ਰੱਖਿਆ ਗਿਆ, ਜਿਸ ਨੂੰ ਦਿੱਲੀ ਪੁਲਿਸ ਨੇ ਮਨਾ ਕਰਤਾ ਤੇ ਅਸੀਂ ਇਸ ਨੂੰ ਐਕਸੈਪਟ ਕਰ ਲਿਆ। ਜਦੋਂ ਉਹ ਪ੍ਰਪੋਜ਼ਲ ਸੀਗਾ ਤੇ ਉਸ ਕਰਕੇ ਉਹਦੇ ਵਿੱਚ ਕਹਿਣ 'ਚ ਕੋਈ ਹਰਜ ਨਹੀਂ ਸੀਗਾ, ਉਹ ਵੀ ਉਹ ਕਹਿ ਰਿਹਾ ਸੀ ਜਿਹੜਾ ਕਿਸਾਨਾਂ ਨੇ ਕਿਹਾ ਹੈ ਜੀ। ਇਸ ਕਰਕੇ ਜੱਜ ਸਾਹਿਬ ਨੇ ਉਸ ਵੀਡੀਓ ਨੂੰ ਕਿਹਾ ਕਿ ਇਹਦੇ ਵਿੱਚ ਤਾਂ ਕੋਈ ਗਲਤ ਨਹੀਂ ਹੈ। ਬਿਲਕੁਲ। ਫਿਰ ਦੂਸਰੀ ਵੀਡੀਓ 39 ਨੰਬਰ FIR ਦੇ ਵਿੱਚ ਇਹ ਲਗਾਈ ਕਿ ਸੰਜੇ ਗਾਂਧੀ ਟਰਾਂਸਪੋਰਟ ਨਗਰ ਦੇ ਵਿੱਚ ਲੱਖਾ ਸੇਠਾਣਾ ਇੱਕ ਵੀਡੀਓ ਦੇ ਵਿੱਚ ਕਿਸੇ ਨੇ ਜੱਫੀ ਪਾਉਂਦੇ ਦਿਖ ਰਿਹਾ। ਅੱਛਾ। ਉਹਨਾਂ ਨੇ ਕਿਹਾ ਜੀ ਆਹ ਦੇਖੋ ਇਹ ਸੰਜੇ ਗਾਂਧੀ ਟਰਾਂਸਪੋਰਟ ਨਗਰ ਦੇ ਵਿੱਚ ਖੜਾ ਹੈਗਾ ਤੇ ਇੱਥੇ ਜੱਫੀਆਂ ਪਾ ਰਿਹਾ ਤੇ ਲੋਕਾਂ ਨੂੰ ਉਕਸਾ ਰਿਹਾ। ਸਾਡੇ ਫਿਰ ਅਸੀਂ ਵਕੀਲ ਸਾਹਿਬ ਨੇ ਉਹਨਾਂ ਨੂੰ ਜੱਜ ਸਾਹਿਬ ਨੂੰ ਦੱਸਿਆ ਜੀ ਕਿ ਸਰ ਜਿਹੜਾ ਸਾਨੂੰ ਪੁਲਿਸ ਨੇ ਦਿੱਲੀ ਪੁਲਿਸ ਨੇ ਰੂਟ ਦਿੱਤਾ ਸੀਗਾ ਉਹ ਸੰਜੇ ਗਾਂਧੀ ਟਰਾਂਸਪੋਰਟ ਨਗਰ ਹੋ ਕੇ ਜਾਂਦਾ ਸੀ ਜੀ। ਜਦੋਂ ਦਿੱਲੀ ਪੁਲਿਸ ਦੇ ਦਿੱਤੇ ਰੂਟ ਦੇ ਅਕੋਰਡਿੰਗਲੀ ਮੈਂ ਸੰਜੇ ਗਾਂਧੀ ਟਰਾਂਸਪੋਰਟ ਨਗਰ ਤੇ ਖੜਾ ਤਾਂ ਉਹਦੇ ਵਿੱਚ ਕੋਈ ਇਲੀਗੈਲਿਟੀ ਨਹੀਂ ਹੈ।
ਬਿਲਕੁਲ। ਦੂਸਰਾ 26 ਤਰੀਕ ਨੂੰ ਦਿੱਲੀ ਦੇ ਵਿੱਚ ਐਂਟਰ ਕਰਨਾ ਕੋਈ ਇਲੀਗਲ ਨਹੀਂ ਸੀਗਾ। ਤੇ ਇਸ ਤਰੀਕੇ ਦੇ ਨਾਲ ਅਸੀਂ ਫਿਰ ਜਦੋਂ ਜੱਜ ਸਾਹਿਬ ਨੂੰ ਕਨਵਿੰਸ ਕੀਤਾ ਤੇ ਦਿੱਲੀ ਪੁਲਿਸ ਨੇ ਫਿਰ 3 ਪੁਲਿਸ ਵਾਲਿਆਂ ਦੀਆਂ ਗਵਾਹੀਆਂ ਉਹਨਾਂ ਨੂੰ ਪੜ੍ਹ ਕੇ ਸੁਣਾਈਆਂ, ਜਿਹਦੇ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਦੇਖਿਆ ਕਿ ਕੁਝ ਲੋਕ ਉੱਥੇ ਭੀੜ ਨੂੰ ਉਕਸਾ ਰਹੇ ਸੀ ਤੇ ਜਿਸ ਕਰਕੇ ਇਹ ਸਾਰੇ ਬੈਰੀਕੇਡ ਤੋੜੇ ਗਏ ਤੇ ਜੇ ਸਾਡੇ ਸਾਹਮਣੇ ਬੰਦੇ ਆ ਜਾਣ ਤਾਂ ਅਸੀਂ ਪਛਾਣ ਲਾਂਗੇ। ਤੇ ਇੱਕ ਅਸੀਂ ਸੋਸ਼ਲ ਮੀਡੀਆ ਦੇ ਥਰੂ ਬੰਦਾ ਪਛਾਣਦੇ ਜਿਹਦਾ ਨਾਂ ਲੱਖਾ ਸਿਡਾਣਾ। ਕਹਿੰਦੇ ਜੀ ਇਹਨੇ ਉੱਥੇ ਭਾਸ਼ਣ ਦਿੱਤਾ ਤੇ ਜੱਜ ਸਾਹਿਬ ਦੀ ਖੁਦ ਦੀ ਕੁਐਰੀ ਸੀ 39 ਨੰਬਰ FIR ਦੇ ਵਿੱਚ ਕਿ ਤੁਸੀਂ ਇਹ ਦੱਸੋ ਇਹਨਾਂ ਤਿੰਨਾਂ ਬੰਦਿਆਂ ਨੇ ਇਹ ਦੱਸਿਆ ਕਿ ਉਹਦਾ ਉਕਸਾਊ ਭਾਸ਼ਣ ਕੀ ਸੀਗਾ। ਉਹ ਉਹਦੇ ਤਿੰਨਾਂ ਸਟੇਟਮੈਂਟ ਦੇ ਵਿੱਚ ਨਹੀਂ ਸੀਗਾ ਤੇ ਜਿਸ ਬੇਸ ਦੇ ਉੱਤੇ ਜੱਜ ਸਾਹਿਬ ਨੇ ਇੰਟਰਨਲ ਪ੍ਰੋਟੈਕਸ਼ਨ ਦਿੱਤੀ ਤੇ ਸਾਨੂੰ ਕਿਹਾ ਕਿ ਤੁਸੀਂ ਜਾ ਕੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰੋ ਜੀ। ਤੇ ਫਿਰ ਅਸੀਂ ਉਸੇ ਹਿਸਾਬ ਨਾਲ ਕੱਲ ਜਾ ਕੇ ਲੱਖਾ ਸਿਧਾਣਾ ਦੇ ਨਾਲ ਆਪਾਂ ਕ੍ਰਾਈਮ ਬ੍ਰਾਂਚ ਰੋਣੀ ਦੇ ਵਿੱਚ ਜਾ ਕੇ ਇਨਵੈਸਟੀਗੇਸ਼ਨ 39 ਨੰਬਰ FIR ਜੁਆਇਨ ਕਰ ਲਈ। ਅਸੀਂ ਕੱਲ ਫਿਰ ਜਿਹੜੇ ਆਪਣੇ ਰੈੱਡ ਫੋਰਟ ਵਾਲੇ IO ਸੀਗੇ ਉਹਨਾਂ ਨੂੰ ਵੀ ਮੈਸੇਜ ਕੀਤਾ ਵੀ ਅਸੀਂ ਇੱਥੇ ਹੈਗੇ ਹਾਂ ਦਿੱਲੀ ਦੇ ਵਿੱਚ, ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਲੈਂਦੇ ਹਾਂ। ਜੀ। ਪਰ ਉਹ ਕਿਸੇ ਕਾਰਨਾਂ ਕਰਕੇ ਅਵੇਲੇਬਲ ਨਹੀਂ ਸੀ ਤੇ ਇਸ ਕਰਕੇ ਕੱਲ ਇਨਵੈਸਟੀਗੇਸ਼ਨ ਜੁਆਇਨ ਨਹੀਂ ਹੋ ਪਾਈ। ਫਿਰ ਅੱਜ ਦੀ ਜਿਹੜੀ ਕਾਰਵਾਈ ਹੋਈ ਉਹਦੇ ਵਿੱਚ ਜੱਜ ਸਾਹਿਬ ਨੇ ਕੁਝ ਸਵਾਲ ਪੁੱਛੇ ਇਹਨਾਂ ਨੂੰ IO ਨੂੰ। ਫਿਰ ਜੀ ਪਿਛਲੀ ਵਾਰੀ ਜੱਜ ਸਾਹਿਬ ਸੀਗੇ ਨੀਲੋਫਰ ਆਬਿਦਾ ਪ੍ਰਵੀਨ ਮੈਡਮ ਸੀਗੇ ਐਡੀਸ਼ਨ ਸੈਸ਼ਨ ਦੇ, ਫਿਰ ਰੋਸਟਰ ਚੇਂਜ ਹੋ ਗਿਆ, ਨਵੇਂ ਮੈਡਮ ਆ ਗਏ ਡਾਕਟਰ ਕਾਮਨੀ ਲਾਓ। ਤੇ ਉਹਨਾਂ ਨੇ ਫਿਰ ਪੁਲਿਸ ਨੂੰ ਦੁਬਾਰਾ ਸਵਾਲ ਪੁੱਛਿਆ ਦੱਸੋ ਜੀ ਕੀ ਹੈ, ਤੇ ਉਹਨਾਂ ਨੇ ਫਿਰ ਉਸ ਚੀਜ਼ ਦਾ ਰੈਫਰੈਂਸ ਦਿੱਤਾ ਕਿ 4 ਜਨਵਰੀ ਨੂੰ ਲੱਖਾ ਸਿਡਾਣਾ ਨੇ ਕਾਲ ਦਿੱਤੀ ਹੈ ਕਿ ਸਾਰੇ ਜਣੇ ਰੈੱਡ ਫੋਰਟ ਚਲੋ ਜੀ। ਇਸ ਚੀਜ਼ ਦੇ ਉੱਤੇ ਜੱਜ ਸਾਹਿਬ ਨੇ ਉਹਨਾਂ ਨੂੰ IO ਨੂੰ ਕਿਹਾ, ਕਹਿੰਦੇ ਦੇਖੋ ਇੱਕ ਗੱਲ ਦੱਸੋ ਜੀ, ਅਸੀਂ ਭਾਰਤ ਵਾਸੀ ਹਾਂ, ਦਿੱਲੀ ਸਾਡਾ, ਲਾਲ ਕਿਲਾ ਸਾਡਾ, ਲਾਲ ਕਿਲੇ ਤੇ ਜਾਣ ਤੇ ਕੋਈ ਮਨਾਹੀ ਨਹੀਂ ਹੈਗੀ ਤੇ ਜੇ ਬੰਦਾ ਕਹਿੰਦਾ ਲਾਲ ਕਿਲਾ ਚੱਲੋ ਤੇ ਇਹਦੇ ਵਿੱਚ ਗਲਤ ਕੀ ਹੈ? ਜੀ ਜਾਂ ਤੁਸੀਂ ਮੈਨੂੰ ਆਰਡਰ ਦਿਖਾਓ ਕਿ ਵੀ ਇਹ ਲਾਲ ਕਿਲੇ ਨਹੀਂ ਜਾ ਸਕਦੇ ਸੀ, ਫਿਰ ਤਾਂ ਤੁਹਾਡੀ ਗੱਲ ਸਹੀ ਹੈ। ਜਦੋਂ ਲਾਲ ਕਿਲੇ ਜਾ ਇੱਕ ਆਮ ਦਿੱਲੀ ਦਾ ਸਿਟੀਜ਼ਨ ਜਾ ਸਕਦਾ ਇਹਦਾ ਮਤਲਬ ਸਾਰੇ ਲੋਕ ਜਾ ਸਕਦੇ ਤੇ ਕਿਸੇ ਦਾ ਰਿਸਟ੍ਰਿਕਸ਼ਨ ਨਹੀਂ ਸੀ ਤੇ ਲਾਲ ਕਿਲੇ ਜਾਣ 'ਚ ਪ੍ਰੋਬਲਮ ਕੀ ਹੈ? ਇਸ ਦਾ IO ਕੋਲ ਜਵਾਬ ਨਹੀਂ ਸੀ ਜੀ। ਫਿਰ IO ਨੂੰ ਪੁੱਛਿਆ ਗਿਆ ਵੀ ਹੋਰ ਤੈਨੂੰ ਕਸਟੋਡੀਅਲ ਇੰਟਰੋਗੇਸ਼ਨ ਲਈ ਕਿਉਂ ਚਾਹੀਦਾ ਹੈ? ਉਸਨੇ ਕਿਹਾ ਕਿ ਜੀ ਅਸੀਂ ਇਸ ਤੋਂ ਮੋਬਾਈਲ ਲੈਣਾ। ਜੱਜ ਸਾਹਿਬ ਨੇ ਕਿਹਾ ਜਦੋਂ ਇਹ ਉੱਥੇ ਗਿਆ ਹੀ ਨਹੀਂ ਫਿਰ ਇਹਦੇ ਮੋਬਾਈਲ ਤੋਂ ਕੀ ਲਓਗੇ ਤੁਸੀਂ? ਜੀ। ਤੇ ਕਹਿੰਦੇ ਨਹੀਂ ਸਾਨੂੰ ਅਸੀਂ ਇਸ ਦੀ ਕਸਟੋਡੀਅਲ ਇੰਟਰੋਗੇਸ਼ਨ ਕਰਕੇ ਪੁੱਛਣਾ ਵੀ ਇਹਦੇ ਨਾਲ ਦੇ ਹੋਰ ਕਿਸਾਨ ਨੇਤਾ ਕਿਹੜੇ ਨੇ, ਕੌਣ ਨੇ। ਤੇ ਕਹਿੰਦੇ ਉਹਦੇ ਲਈ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਜੁਆਇਨ ਕਰਾ ਦੇਣੀ, ਤੁਸੀਂ ਪੁੱਛ ਲਓ ਜੀ। ਇਹਨਾਂ ਤੋਂ ਤੁਸੀਂ ਇਹ ਤੋਂ ਐਗਰੀ ਕਰਾ ਨਹੀਂ ਸਕਦੇ ਹੈਗੇ ਕੋਈ ਚੀਜ਼। ਬਿਲਕੁਲ। ਜਦੋਂ ਇਸਨੇ ਕੋਈ ਵਾਇਲੈਂਸ ਹੀ ਨਹੀਂ ਕੀਤੀ, FIR ਦਾ ਕੰਟੈਂਟ ਹੀ ਇਹ ਹੈ ਕਿ ਉੱਥੇ ਲੋਕਾਂ ਨੇ ਵਾਇਲੈਂਸ ਕੀਤੀ ਹੈ ਤੇ ਇਹ ਤੁਸੀਂ ਆਪ ਮੰਨ ਰਹੇ ਹੋ ਵਾਇਲੈਂਸ ਨਹੀਂ ਹੋਈ, ਤੇ ਫਿਰ ਇਸ ਦੀ ਕੀ ਲੋੜ ਹੈ ਕਸਟੋਡੀਅਲ ਇੰਟਰੋਗੇਸ਼ਨ? ਤੇ ਇਹਨਾਂ ਸਾਰੇ ਗੱਲਾਂ ਦੇ ਉੱਪਰ ਗੌਰ ਕਰਦੇ ਹੋਏ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ ਮੈਂ ਇੰਟਰਨਲ ਪ੍ਰੋਟੈਕਸ਼ਨ ਦੇ ਰਹੀ ਹਾਂ ਤੇ ਤੁਸੀਂ ਇਹਨਾਂ ਨੂੰ ਬੁਲਾ ਲਓ ਤੇ ਇਹਨਾਂ ਦੀ ਇਨਵੈਸਟੀਗੇਸ਼ਨ ਜੁਆਇਨ ਕਰੋ। ਜੀ ਅਵਰਿੰਦਰਪਾਲ ਜੀ, ਇਹ ਜਾਣਨਾ ਚਾਹੁੰਦੀ ਹਾਂ ਕਿ ਹੁਣ ਜਿਸ ਤਰੀਕੇ ਦੇ ਨਾਲ ਤੁਸੀਂ ਪੂਰੀ ਕਾਰਵਾਈ ਦੱਸੀ ਹੈ ਤੇ ਬਹੁਤ ਚੀਜ਼ਾਂ ਕਿਤੇ ਨਾ ਕਿਤੇ ਲੱਖੇ ਦੇ ਲਈ ਰਾਹਤ ਵਾਲੀਆਂ ਜਿਹੜੀਆਂ ਸ਼ੋ ਹੋ ਰਹੀਆਂ, ਪਰ ਜਿਸ ਤਰੀਕੇ ਦੀ ਇਨਵੈਸਟੀਗੇਸ਼ਨ ਦੇ ਰੂਬਰੂ ਕੱਲ ਤੁਸੀਂ ਉਹਨਾਂ ਨੂੰ ਕਰਕੇ ਆਏ ਆ, ਉਹ ਹੁਣ ਕਿਸ ਪਰਪਸ ਦੇ ਆਧਾਰ ਤੇ ਹੋਊਗੀ ਤੇ ਕਿੰਨੀ ਦੇਰ ਜਿਹੜੀ ਉਹ ਚੱਲੂਗੀ, ਤੇ ਉਹਦੇ ਵਿੱਚੋਂ ਤੁਹਾਨੂੰ ਕੀ ਲੱਗਦਾ ਕਿ ਕੀ ਜਿਹੜਾ ਨਿਕਲ ਸਕਦਾ, ਫੇਵਰ 'ਚ ਹੋ ਸਕਦਾ ਲੱਖੇ ਦੇ ਜਾਂ ਉਹਦੇ ਅਗੇਂਸਟ ਜਾ ਸਕਦੀਆਂ ਚੀਜ਼ਾਂ? ਦੇਖੋ ਫੈਕਟਸ ਐਂਡ ਸਰਕਮਸਟੈਂਸਿਸ ਦੇ ਅਕੋਰਡਿੰਗਲੀ ਸਾਰਾ ਕੁਝ ਲੱਖੇ ਦੇ ਫੇਵਰ 'ਚ ਜਾ ਰਿਹਾ। ਲੱਖੇ ਦੇ ਫੇਵਰ 'ਚ ਇਸ ਕਰਕੇ ਜਾ ਰਿਹਾ ਹੈ ਕਿਉਂਕਿ 2 ਚਾਰਜ ਸ਼ੀਟ ਫਾਈਲ ਹੋ ਚੁੱਕੀਆਂ ਨੇ ਰੈੱਡ ਫੋਰਟ ਵਾਲੇ ਕੇਸ ਦੇ ਵਿੱਚ ਜੀ। ਪ੍ਰੋਪਰ ਡਿਟੇਲ 4000 ਪੇਜ ਦੀ ਚਾਰਜ ਸ਼ੀਟ ਹੈ, ਸਭ ਕੁਝ ਡਿਟੇਲ 'ਚ ਲਿਖਿਆ ਹੋਇਆ, ਪਰ ਲੱਖੇ ਸਿਡਾਣੇ ਦਾ ਕਿਤੇ ਵੀ ਕੋਈ ਰੋਲ ਨਹੀਂ ਹੈ ਜੀ। ਨਾ ਹੀ ਕੋਈ ਅਕਿਊਜ਼ ਕਹਿ ਰਿਹਾ ਕਿ ਲੱਖਾ ਸਿਡਾਣਾ ਨੇ ਮੈਨੂੰ ਕਿਹਾ ਜਾਂ ਕੁਝ ਕੀਤਾ, ਤੇ ਇਸ ਕਰਕੇ ਇਸ ਵੇਲੇ ਬੜੀ ਪ੍ਰੋਬਲਮ ਦਿੱਲੀ ਪੁਲਿਸ ਫਸ ਗਈ ਹੈ ਜੀ। ਉਸ ਤੋਂ ਬਾਅਦ ਇਹ ਐਡਮਿਟ ਕਰਕੇ ਕਿ ਲੱਖਾ ਸਿਡਾਣਾ ਕਦੇ ਲਾਲ ਕਿਲੇ ਗਿਆ ਹੀ ਨਹੀਂ, ਕਿਉਂਕਿ ਸਾਰਾ ਦਾ ਸਾਰਾ ਆਫੈਂਸ ਤਾਂ ਉਹੀ ਹੈ ਨਾ ਕਿ ਲਾਲ ਕਿਲੇ ਦੇ ਵਿੱਚ ਕੁੱਟਮਾਰ ਹੋਈ ਜਾਂ ਇਲੀਗਲ ਗੈਦਰਿੰਗ ਹੋਈ। ਜਦੋਂ ਇਲੀਗਲ ਗੈਦਰਿੰਗ ਦਾ ਪਾਰਟ ਹੀ ਨਹੀਂ ਹੈ ਤੇ ਫਿਰ ਉਹ ਅਕਿਊਜ਼ ਕਿੱਦਾਂ ਬਣ ਸਕਦਾ? ਤੇ ਅਸੀਂ ਇਸ ਹਿਸਾਬ ਨਾਲ ਸੋਚਦੇ ਹਾਂ ਕਿ ਵੀ ਉਸ ਨੂੰ ਅਕਿਊਜ਼ ਬਣਾਉਣਾ ਬੜਾ ਮੁਸ਼ਕਿਲ ਹੈ।
ਹੂੰ ਫਿਰ ਇਹ ਜਿਹੜੀ ਇਹ 39 ਜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਹੁਣ ਕੀ ਲੱਗਦਾ ਹੈ ਕਿ ਇਹ ਕਿੰਨੀ ਦੇਰ, ਪਹਿਲਾਂ ਤਾਂ ਮੈਂ ਜਾਣਨਾ ਚਾਹੁੰਦੀ ਕਿੰਨੀ ਦੇਰ ਜਿਹੜੀ ਹੈ ਚੱਲਣ ਵਾਲੀ ਹੈ, ਔਰ 20 ਤਰੀਕ ਤੱਕ ਕਿਹੜੀ ਰਾਹਤ ਹੈ? 20 ਤੋਂ ਬਾਅਦ ਕੁਝ ਪਰੇਸ਼ਾਨੀ ਹੋ ਸਕਦੀ ਹੈ, ਅਰੈਸਟ ਕੀਤਾ ਜਾ ਸਕਦਾ ਲੱਖੇ ਨੂੰ, ਹਾਲਾਤ ਜਿਹੜੇ ਆ ਕੀ ਕਹਿੰਦੇ ਆ ਇਸ ਵੇਲੇ? ਸਾਨੂੰ ਜੋ ਹਿਸਾਬ ਨਾਲ ਲੱਗਦਾ ਹੈਗਾ ਕਿ ਜਿਸ ਹਿਸਾਬ ਨਾਲ ਜੱਜ ਸਾਹਿਬ ਨੇ ਇਨਵੈਸਟੀਗੇਸ਼ਨ ਜੁਆਇਨ ਕਰਨ ਨੂੰ ਕਿਹਾ ਹੈ ਕਿ ਸਾਨੂੰ ਉਮੀਦ ਹੈ ਪੂਰੀ ਕਿ ਅਸੀਂ 20 ਤਰੀਕ ਨੂੰ ਇਹਨਾਂ ਦੀ ਜ਼ਮਾਨਤ ਕਨਫਰਮ ਹੀ ਹੋ ਜਾਏਗੀ। ਕਿਉਂਕਿ ਇੱਕ ਹੁੰਦਾ ਹੈ ਕਿ ਵੀ ਹਾਂ ਇਹਦੇ ਖਿਲਾਫ ਇਹ ਪਲੱਸ ਪੁਆਇੰਟ ਇਹ ਨੇ, ਨੈਗੇਟਿਵ ਇਹ ਨੇ, ਪਰ ਇਸ ਦੇ ਲੱਖੇ ਦੇ ਸਾਰੇ ਪਲੱਸ ਪੁਆਇੰਟ ਨੇ ਜੀ। ਕਿਉਂਕਿ ਇਸ ਦਾ ਥਰੂ ਆਊਟ ਤੁਸੀਂ ਜੇ ਦੇਖੋਗੇ ਮੋਰਚੇ ਦੇ ਵਿੱਚ ਜਾਂ ਕਿਸਾਨ ਅੰਦੋਲਨ ਦੇ ਵਿੱਚ ਸਾਰਾ ਦਾ ਸਾਰਾ ਕੰਡਕਟ ਜਿਹੜਾ ਸ਼ਾਂਤਮਈ ਰਿਹਾ, ਤੇ ਇਸਨੇ ਲੋਕਾਂ ਨੂੰ ਸ਼ਾਂਤਮਈ ਹੀ ਰੱਖਿਆ ਹੈ, ਕਦੇ ਕਿਸੇ ਭੀੜ ਨੂੰ ਉਕਸਾਇਆ ਨਹੀਂ। ਕੋਈ ਵੀਡੀਓ ਕੋਈ ਨਹੀਂ ਕਹਿ ਸਕਦਾ ਵੀ ਲੱਖਾ ਕਹਿ ਰਿਹਾ ਵੀ ਹਾਂ ਵੀ ਆਪਾਂ ਗਲਤ ਕੰਮ ਕਰ 39 ਨੰਬਰ FIR ਜਿਹੜੀ ਹੈ ਉਹਦੇ ਵਿੱਚ ਦਿੱਲੀ ਪੁਲਿਸ ਦੇ ਕੋਲੋਂ ਇੱਕ ਬਲੰਡਰ ਹੋਇਆ ਹੈ ਜੀ। ਦਿੱਲੀ ਪੁਲਿਸ ਦੇ ਕੋਲੋਂ ਬਲੰਡਰ ਇਹ ਹੋਇਆ ਹੈ ਕਿ ਦਿੱਲੀ ਪੁਲਿਸ ਨੇ ਸਾਰੇ ਨਿਊਜ਼ਪੇਪਰਾਂ ਦੇ ਵਿੱਚ ਇਹ ਐਡਵਰਟਾਈਜ਼ ਕੀਤਾ ਕਿ ਲੱਖਾ ਸਿਡਾਣਾ ਇਜ਼ ਵਾਂਟਡ ਇਨ ਰੈੱਡ ਫੋਰਟ ਕੇਸ ਜੀ। ਦੀਪ ਸਿੱਧੂ ਦੇ ਨਾਲ ਲੱਖਾ ਸਿਡਾਣਾ ਵਾਂਟਡ ਹੈ ਲਾਲ ਕਿਲੇ ਦੇ ਕੇਸ ਦੇ ਵਿੱਚ, ਉਹਦੇ ਸਿਰ ਤੇ 1 ਲੱਖ ਰੁਪਏ ਇਨਾਮ ਹੈ। ਦਿੱਲੀ ਪੁਲਿਸ ਨੇ 39 ਨੰਬਰ ਜਿਹੜੀ ਸਮਾਇਪੁਰ ਬਾਦਲੀ ਵਾਲੀ FIR ਉਹਦੇ ਵਿੱਚ ਕਿਹਾ ਸੀ, ਦੇਖੋ ਜੀ ਇਹ ਤਾਂ ਸਭ ਜਗ੍ਹਾ ਅਖਬਾਰਾਂ 'ਚ ਛਪਿਆ ਹੋਇਆ ਸੀ ਕਿ ਇਹ ਵਾਂਟਡ ਹੈਗਾ, ਤੇ ਇਹ ਆਇਆ ਹੀ ਨਹੀਂ ਸਾਡੇ ਕੋਲੇ ਜੀ। ਅਸੀਂ ਜੱਜ ਸਾਹਿਬ ਨੂੰ ਪੁੱਛਿਆ ਕਿ ਸਰ ਇਹ ਇੱਕ ਵੀ ਅਖਬਾਰ ਦੀ ਕਟਿੰਗ ਦਿਖਾ ਦੇਣ ਜਿਹਦੇ 'ਚ ਲਿਖਿਆ ਹੋਵੇ ਕਿ ਇਹ ਸਮੇਂਪੁਰ ਬਾਦਲੀ ਦੇ ਵਿੱਚ ਵਾਂਟਡ ਜੀ। ਤੇ ਜੱਜ ਸਾਹਿਬ ਨੇ ਵੀ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦਿਖਾਓ, ਤੁਸੀਂ ਕਿਹੜੇ ਅਖਬਾਰ 'ਚ ਕਿਹਾ ਵੀ ਹਾਂ ਵੀ ਸਮੇਂਪੁਰ ਬਾਦਲੀ ਦੀ ਤੁਸੀਂ 1 ਲੱਖ ਰੁਪਏ ਇਨਾਮ ਰੱਖ ਦਿੱਤਾ ਹੈਗਾ ਜੀ, ਤੇ ਇਹ ਕਿਸੇ ਦਾ ਅਖਬਾਰ 'ਚ ਘਟਾਇਆ ਹੋਣਾ ਤੁਸੀਂ। ਉਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਸੀ ਜੀ। ਸਮੇਂਪੁਰ ਬਾਦਲੀ ਵਾਲੇ ਦੇ ਵਿੱਚ ਦਿੱਲੀ ਪੁਲਿਸ ਦੀ ਸਭ ਤੋਂ ਵੱਡੀ ਪ੍ਰੋਬਲਮ ਹੋਰ ਇਹ ਵੀ ਹੈ ਕਿ ਉਸ ਦੇ ਵਿੱਚ 22 ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਨੇ, ਪ੍ਰੋਮੀਨੈਂਟ ਲੀਡਰ ਨੇ, ਉਹ ਬਾਈ ਨੇਮ ਅਕਿਊਜ਼ ਨੇ ਜੀ। ਜੱਜ ਸਾਹਿਬ ਨੇ ਕਿਹਾ ਵੀ ਜਦੋਂ ਤੁਸੀਂ ਅੱਜ ਤੱਕ ਇਹਨਾਂ ਲੋਕਾਂ ਨੂੰ ਕਦੇ ਬੁਲਾਇਆ ਨਹੀਂ, ਨਾ ਕਦੇ ਸੰਪਨ ਕੀਤਾ, ਨੋਟਿਸ ਕੀਤਾ, ਨਾ ਕਦੇ ਇਨਵੈਸਟੀਗੇਸ਼ਨ ਜੁਆਇਨ ਕਰਾਈ ਜੀ, ਫਿਰ ਉਸ FIR 'ਚ ਤੁਸੀਂ ਬਾਈ ਨੇਮ ਇਹ ਲਿਖਿਆ ਕਿ ਇਹਨਾਂ ਲੋਕਾਂ ਨੇ ਸਾਰੀ ਵਾਇਲੈਂਸ ਕੀਤੀ ਹੈ। ਤੇ ਦੂਸਰਾ ਇਹ ਕਿ ਵੀ ਇਹ ਇਨਸੀਡੈਂਟ ਹੋਇਆ ਸਵੇਰੇ 10 ਵਜੇ ਤੇ ਰਾਤ ਨੂੰ ਜਾ ਕੇ ਤੁਸੀਂ 12 ਵਜੇ FIR ਰਜਿਸਟਰ ਕਰ ਰਹੇ ਹੋ, ਤੇ ਪੂਰੀ ਡਿਟੇਲਡ 5 ਪੇਜ ਦੀ FIR ਲਿਖ ਰਹੇ ਹੋ ਜਿਹਦੇ ਵਿੱਚ ਹਰੇਕ ਦਾ ਰੋਲ ਡਿਸਕ੍ਰਾਈਬ ਕੀਤਾ, ਹਰ ਬੰਦੇ ਦਾ ਜੀ। ਉਸ FIR ਦੇ ਵੀ ਲੱਖੇ ਦਾ ਨਾਂ ਹੀ ਨਹੀਂ ਹੈਗਾ। ਤੇ ਜਦੋਂ ਤੁਸੀਂ ਉਹਨਾਂ ਲੋਕਾਂ ਦੇ ਇਨਾਮ ਕੋਈ ਨਹੀਂ ਰੱਖਿਆ ਤੇ ਵੀ ਲੱਖੇ ਦੇ ਉੱਤੇ ਇਨਾਮ ਰੱਖਣ ਦਾ ਕੀ ਕਾਰਨ ਸੀ ਜੀ। ਤੁਸੀਂ ਇਹ ਦੱਸੋ ਨਾ ਵੀ ਜਿਹੜਾ 22 ਲੋਕਾਂ ਦੇ ਉੱਤੇ ਨਾਮ ਹੈਗਾ, 22 FIR ਹੈ, ਉਹਨਾਂ ਦੇ ਖਿਲਾਫ ਤੁਸੀਂ ਕੋਈ ਇਨਾਮ ਨਹੀਂ ਰੱਖਿਆ ਜੀ, ਜਿਹਨਾਂ ਨੂੰ ਕਹਿੰਦੇ ਵੀ ਹਾਂ ਵੀ ਅਸੀਂ ਦੇਖਿਆ ਇਹਨਾਂ ਲੋਕਾਂ ਨੇ ਕੰਮ ਕੀਤਾ ਹੈਗਾ। ਤੇ ਤੁਸੀਂ ਇਹ ਦੱਸੋ ਵੀ ਲੱਖੇ ਦੇ ਉੱਤੇ ਇਨਾਮ ਰੱਖਣ ਦਾ ਕੀ ਕਾਰਨ ਸੀ, ਜਿਸ ਚੀਜ਼ ਦਾ ਉਹਨਾਂ ਕੋਲ ਵੀ ਦਿੱਲੀ ਪੁਲਿਸ ਕੋਲ ਕੋਈ ਜਵਾਬ ਨਹੀਂ ਜੀ। ਤੇ ਇਹਨਾਂ ਸਾਰੇ ਗੱਲਾਂ ਕਰਕੇ ਫਿਰ ਫੈਕਟਸ ਨੂੰ ਦੇਖਦੇ ਹੋ ਸਾਰਾ ਕੇਸ ਜਿਹੜਾ ਹੈਗਾ ਲੱਖੇ ਦੇ ਫੇਵਰ 'ਚ ਜਾਂਦਾ ਹੈਗਾ। ਹਾਲੇ ਤੱਕ ਸਾਨੂੰ ਕੋਈ ਲੱਗ ਨਹੀਂ ਰਿਹਾ ਕਿ ਕੁਝ ਵੀ ਚੀਜ਼ ਜਿਹੜੀ ਹੈ ਲੱਖੇ ਦੇ ਅਗੇਂਸਟ। ਵਰਿੰਦਰਪਾਲ ਜੀ, ਤੁਸੀਂ ਸ਼ੁਰੂ ਤੋਂ ਇਸ ਕੇਸ ਨੂੰ ਦੇਖ ਰਹੇ ਹੋ, ਪੂਰਾ ਪੈਨਲ ਜਿਹੜਾ ਤੁਹਾਡਾ ਇਸ ਕੇਸ ਨੂੰ ਦੇਖ ਰਿਹਾ, ਜਿਸ ਤਰੀਕੇ ਨਾਲ ਤੁਸੀਂ ਚੀਜ਼ਾਂ ਦੱਸ ਰਹੇ ਹੋ ਕਿ ਹਰ ਇੱਕ ਪੁਆਇੰਟ 'ਤੇ ਮਤਲਬ ਦਿੱਲੀ ਪੁਲਿਸ ਦੀ ਕੋਸ਼ਿਸ਼ ਹੈਗੀ, ਔਰ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਬਾਈ ਨੇਮ ਜਿਹੜੇ ਆ ਸਾਰੇ ਦੇ ਸਾਰੇ ਕਿਸਾਨ ਆਗੂਆਂ ਦੇ ਨੇਮ ਹੈਗੇ, ਔਰ ਕੋਰਟ ਨੇ ਕਿਹਾ ਕਿ ਜੇ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਤੇ ਇਸ ਪਰਸਨ ਨੂੰ ਕਿਉਂ, ਕੀ ਲੱਗਦਾ ਕਿਉਂ ਖਾਸ ਤੌਰ 'ਤੇ ਫੋਕਸ ਕੀਤਾ ਜਾ ਰਿਹਾ ਲੱਖੇ ਨੂੰ? ਜੇ ਦਿੱਲੀ ਪੁਲਿਸ ਆਪ ਹੀ ਕਹਿੰਦੀ ਹੈ ਕਿ ਉਹ ਕਿਤੇ ਵੀ ਜ਼ਿੰਮੇਵਾਰ ਨਜ਼ਰ ਨਹੀਂ ਆਉਂਦੇ, ਹਿੰਸਾ ਦੇ ਵਿੱਚ ਜ਼ਿੰਮੇਵਾਰ ਨਜ਼ਰ ਨਹੀਂ ਆਉਂਦੇ, ਲਾਲ ਕਿਲੇ 'ਤੇ ਉਹ ਦਿਖਦੇ ਨਹੀਂ ਆ, ਫਿਰ ਕੀ ਕਾਰਨ ਆ, ਕਿਉਂ ਫੋਕਸ ਕੀਤਾ ਜਾ ਰਿਹਾ ਲੱਖੇ ਨੂੰ, ਔਰ ਕਿਉਂ ਉਹ ਜਿਹੜਾ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਵਿਚਰਦਾ ਔਰ ਦਿੱਲੀ ਦੇ ਵਿੱਚ ਲੁਕ ਛਿਪ ਕੇ ਵਿਚਰ ਰਿਹਾ ਹੈ? ਇਹ ਵੈਸੇ ਕੁਐਸਚਨ ਬੜਾ ਟਫ ਹੈਗਾ ਕਿਉਂਕਿ ਇਹ ਪੋਲੀਟੀਕਲ ਆਨਸਰ ਹੈ ਇਸ ਦਾ, ਪਰ ਹੁਣ ਸਾਨੂੰ ਇਹ ਨਹੀਂ ਪਤਾ ਹੈਗਾ। ਅਸੀਂ ਤਾਂ ਸਿਰਫ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਵੀ ਜੇ ਅਸੀਂ ਕੇਸ ਦੇ ਐਨਾਲਿਸਿਸ ਤੋਂ ਦੱਸੀਏ ਕਿ ਹੀ ਇਜ਼ ਇਨੋਸੈਂਟ, ਤੇ ਉਸ ਨੂੰ ਦਿੱਲੀ ਪੁਲਿਸ ਹੱਥ ਨਹੀਂ ਲਾ ਸਕਦੀ ਜੀ। ਦਿੱਲੀ ਪੁਲਿਸ ਜਿਹੜੀ ਇੱਕ ਸ਼ੈਤਾਨੀ ਹੋਰ ਵੀ ਕੀਤੀ ਸੀ ਕਿ ਦਿੱਲੀ ਪੁਲਿਸ ਨੇ ਲੱਖੇ ਸਿਡਾਣੇ ਦੇ ਇੱਕ ਲਿਸਟ ਆਫ ਕੇਸਿਸ ਬਣਾ ਕੇ ਭੇਜੇ ਜਿਹਦੇ ਵਿੱਚ 20 FIR ਸੀਗੀਆਂ। ਕਹਿੰਦੇ ਜੀ ਆਹ ਦੇਖੋ 20 FIR ਨੇ ਇਹਦੇ ਖਿਲਾਫ। ਫਿਰ ਅਸੀਂ ਜੱਜ ਸਾਹਿਬ ਨੂੰ ਦੱਸਿਆ, ਜੱਜ ਸਾਹਿਬ ਇਹਨਾਂ ਨੇ 20 FIR ਦਾ ਜ਼ਿਕਰ ਤਾਂ ਕਰਤਾ, ਪਰ ਇਹਨਾਂ ਨੂੰ ਪੁੱਛੋ ਦਾ ਸਟੇਟਸ ਕੀ ਹੈ। ਬਿਲਕੁਲ, ਉਹ 20 FIR ਦੇ ਵਿੱਚੋਂ ਸਿਰਫ 4 FIR ਨੇ, ਬਾਕੀ ਸਾਰੀ ਦੀ ਸਾਰੀ 16 FIR ਦੇ ਵਿੱਚ ਬਾਇਜ਼ਤ ਬਰੀ ਹੋ ਚੁੱਕਾ ਹੋ ਜੀ। ਜਦੋਂ ਬੰਦਾ ਬਾਇਜ਼ਤ ਬਰੀ ਹੋ ਗਿਆ ਫਿਰ FIR ਨੂੰ ਲਗਾਉਣ ਦਾ ਮਤਲਬ ਕੀ ਬਣਦਾ ਤੁਹਾਡਾ?
ਬਿਲਕੁਲ। हाँ जी। ਇਹ ਹੁਣ ਜਿਹੜੀ ਆ ਕਹੀਏ ਕਿ ਇਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਵੀ ਨੂੰ ਉਮੀਦ ਹੈਗੀ ਆ ਕਿ ਕਨਫਰਮਲੀ ਜਿਹੜੀ ਉਹਦੀ ਜ਼ਮਾਨਤ ਜਿਹੜੀ ਆ ਪਰਮਨੈਂਟ ਹੋ ਜਾਊਗੀ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਲੱਖਾ ਲੁਕ ਛਿਪ ਕੇ ਵਿਚਰਦਾ, ਕਦੀ ਪੰਜਾਬ ਦੇ ਵਿੱਚ ਵੀ ਹੁਣ ਲੁਕ ਛਿਪ ਕੇ ਵਿਚਰਨ ਦੀ ਜ਼ਰੂਰਤ ਪੈਂਦੀ ਆ। ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਜਿਸ ਤਰੀਕੇ ਨਾਲ ਤੁਸੀਂ ਕਿਹਾ ਹੈ ਕਿ ਪੋਜ਼ੀਟਿਵ ਸਭ ਸਾਰਾ ਕੁਝ ਜਾ ਰਿਹਾ, ਤੇ ਜੇ ਇਸੇ ਤਰੀਕੇ ਨਾਲ ਪੋਜ਼ੀਟਿਵ ਜਾਂਦਾ ਤਾਂ ਕਿ ਆਉਣ ਵਾਲੇ ਦਿਨਾਂ 'ਚ ਵੀ ਲੱਖੇ ਨੂੰ ਲੁਕ ਛਿਪ ਕੇ ਵਿਚਰਨ ਦੀ ਜ਼ਰੂਰਤ ਪਊਗੀ, ਜਾਂ ਫਿਰ ਉਹ ਦਿੱਲੀ ਵੱਲ ਦਾ ਰੁੱਖ ਕਰਨਗੇ ਜਾਂ ਨਹੀਂ ਕਿਸਾਨ ਮੋਰਚੇ ਦਾ? ਲੱਖਾ ਅੱਜ ਫ੍ਰੀ ਆਦਮੀ ਹੈ, ਉਸ ਨੂੰ ਲੁਕ ਛਿਪਣ ਦੀ ਲੋੜ ਨਹੀਂ, ਕਿਉਂਕਿ ਉਹਦੇ ਖਿਲਾਫ ਜਿੰਨੇ ਕੇਸ ਸੀਗੇ ਉਹਨਾਂ ਸਾਰਿਆਂ ਦੇ ਵਿੱਚ ਉਸ ਨੂੰ ਪ੍ਰੋਟੈਕਸ਼ਨ ਅਸੀਂ ਲੈ ਦਿੱਤੀ ਹੈ। ਹੁਣ ਉਹ ਪੰਜਾਬ ਦੇ ਵਿੱਚ ਲੁਕ ਛਿਪ ਕੇ, ਵੈਸੇ ਤਾਂ ਲੁਕ ਛਿਪ ਕੇ ਉਹ ਪਹਿਲਾਂ ਵੀ ਨਹੀਂ ਰਹਿ ਰਿਹਾ ਸੀਗਾ, ਉਹ ਐਲਾਨ ਕਰਕੇ ਜਾਂਦਾ ਸੀ ਮੈਂ ਮਹਾਰਾਜ ਦੀ ਰੈਲੀ ਜਾ ਰਿਹਾ, ਮੈਂ ਸੰਗਰੂਰ ਜਾ ਰਿਹਾ। ਲੁਕ ਛਿਪ ਕੇ ਤਾਂ ਉਹ ਕਦੇ ਵੀ ਨਹੀਂ ਗਿਆ। ਅਸੀਂ ਜੱਜ ਸਾਹਿਬ ਨੂੰ ਵੀ ਦੱਸਿਆ ਅਸੀਂ ਲੁਕ ਛਿਪ ਕੇ ਤਾਂ ਗਿਆ ਹੀ ਨਹੀਂ, ਚੰਡੀਗੜ੍ਹ ਵੀ ਗਿਆ ਉਸ ਦਿਨ ਜਿਸ ਦਿਨ ਇਹਨਾਂ ਨੇ ਗਵਰਨਰ ਨੂੰ ਆਪਣਾ ਨੋਟਿਸ ਦੇਣਾ ਸੀਗਾ ਜੀ। ਪਰ 2 ਕੇਸ ਸੀਗੇ, ਉਹਨਾਂ ਦੋਨਾਂ ਕੇਸਾਂ ਦੇ ਵਿੱਚ ਅਸੀਂ ਇੰਟਰਮ ਪ੍ਰੋਟੈਕਸ਼ਨ ਇਹਦੇ ਕੋਲੇ ਹੈਗੀ ਹੈ, ਤੇ ਇਸ ਕਰਕੇ ਕੋਈ ਪੁਲਿਸ ਇਸ ਨੂੰ ਹੱਥ ਨਹੀਂ ਲਾ ਸਕਦੀ ਜੀ। ਜੀ ਇਸ ਨੂੰ ਲੁਕਣ ਛਿਪਣ ਦੀ ਤਾਂ ਬਿਲਕੁਲ ਹੀ ਲੋੜ ਨਹੀਂ ਹੈ। ਤੁਸੀਂ ਜਿਹੜਾ ਤੁਹਾਡਾ ਪੂਰਾ ਪੈਨਲ ਹੈਗਾ ਜਾਂ ਮਨਜਿੰਦਰ ਸਿੰਘ ਸਿਰਸਾ ਜਿਸ ਤਰੀਕੇ ਨਾਲ ਕੱਲ੍ਹ ਦੀ ਉਹਨਾਂ ਦੀ ਗੱਲਬਾਤ ਸੁਣੀ ਹੈਗੀ ਆ, ਉਹਨਾਂ ਨੇ ਵਾਰਨਿੰਗ ਜਿਹੜੀ ਆ ਦਿੱਲੀ ਪੁਲਿਸ ਨੂੰ ਜ਼ਰੂਰ ਦਿੱਤੀ। ਉਹਨਾਂ ਨੇ ਕਿਹਾ ਕਿ ਇਕੱਲਾ ਲੱਖਾ ਹੀ ਨਹੀਂ, ਇਹਦੇ ਨਾਲ ਸੰਬੰਧਿਤ ਜਿੰਨੇ ਵੀ ਨੌਜਵਾਨਾਂ ਨੂੰ ਤੁਸੀਂ ਜੇ ਫਸਾਉਣ ਦੀ ਕੋਸ਼ਿਸ਼ ਕਰੋਗੇ ਤੇ ਉਹ ਜਿਹੜੀ ਆ ਚੰਗੀ ਚੀਜ਼ ਨਹੀਂ। ਪਰ ਉਹਨਾਂ ਨੇ ਕਿਹਾ ਕਿ ਅਦਰਵਾਈਜ਼ ਜਿਹੜੀ ਆ ਪੂਰੇ ਤਰੀਕੇ ਨਾਲ ਸਾਡੇ ਜਿਹੜੇ ਨੌਜਵਾਨ ਉਹ ਸਪੋਰਟ ਜ਼ਰੂਰ ਕਰਨਗੇ, ਕਾਨੂੰਨ ਦੇ ਵਿੱਚ ਰਹਿੰਦੇ ਹੋਏ ਜਿਸ ਤਰੀਕੇ ਦਾ ਸਹਿਯੋਗ ਕਰ ਸਕਦੇ ਆ ਕਰਨਗੇ। ਵਾਰਨਿੰਗ ਦਾ ਮਤਲਬ ਕੀ ਆ? ਸਿਰਫ ਵਾਰਨਿੰਗ ਆ ਜਾਂ ਵਾਕਈ ਜਿਹੜਾ ਜਿਨ੍ਹਾਂ ਮਾਮਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਤੁਸੀਂ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਵਿਚਰ ਰਹੇ ਹੋ, ਦੇਖ ਰਹੇ ਹੋ ਕਿ ਦਿੱਲੀ ਪੁਲਿਸ ਹਰ ਜਗ੍ਹਾ ਤੇ ਜਿਹੜੀ ਆ ਰੋਂਗ ਸਾਬਤ ਹੋ ਰਹੀ ਹੈ, ਕੀ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ 'ਚ ਨਿਕਲਣ ਦੇ ਬਾਅਦ ਤੁਸੀਂ ਜਿਹੜਾ ਕਾਨੂੰਨੀ ਤੌਰ ਤੇ ਜਵਾਬ ਤਲਬੀ ਕਰੋਗੇ ਦਿੱਲੀ ਪੁਲਿਸ ਨੂੰ, ਜਿਸ ਤਰੀਕੇ ਦੀ ਮਨਜਿੰਦਰ ਸਿੰਘ ਸਿਰਸਾ ਨੇ ਵਾਰਨਿੰਗ ਦਿੱਤੀ ਹੈ ਪੁਲਿਸ ਨੂੰ? ਨਹੀਂ ਬਿਲਕੁਲ ਜੀ। ਇਸ ਦੇ ਵਿੱਚ ਇੱਕ ਸਭ ਤੋਂ ਵੱਡਾ ਕਾਰਨ ਇਹ ਹੋ ਗਿਆ ਕਿ ਹਾਲੇ ਤੱਕ ਅਸੀਂ ਸ਼ੁਰੂ ਕਰ ਦੇਣਾ ਸੀਗਾ, ਕੋਵਿਡ ਇੱਕ ਮੇਜਰ ਰੀਜ਼ਨ ਹੋ ਗਿਆ ਜਿਸ ਕਰਕੇ ਇਹ ਸਭ ਕੁਝ ਡਿਲੇ ਹੋ ਗਿਆ। ਕਿਉਂਕਿ ਕੋਵਿਡ ਦੇ ਕਰਕੇ ਲੋਕਡਾਊਨ ਆ ਗਿਆ, ਅਸੀਂ ਫਿਰ ਲੋਕਾਂ ਨੂੰ ਬੁਲਾਉਣਾ ਨਹੀਂ ਚਾਹੁੰਦੇ ਸੀਗੇ, ਕੇਸ ਨਹੀਂ ਫਾਈਲ ਕਰਨਾ ਚਾਹੁੰਦੇ ਸੀਗੇ ਜੀ। ਕੋਵਿਡ ਦੇ ਕਰਕੇ ਪਰ ਜਿਹੜੀ ਲਿਮਿਟੇਸ਼ਨ ਸੀਗੀ ਉਹ ਸਾਨੂੰ ਐਕਸਟੈਂਡਡ ਮਿਲ ਗਈ ਹੈ, ਅਸੀਂ ਇਸ ਕਰਕੇ ਅਸੀਂ ਵੀ ਕਾਲੀ ਨਹੀਂ ਕੀਤੀ ਹੈਗੀ। ਇਹਨਾਂ ਦੇ ਸਾਰੇ ਕੇਸਿਸ ਦੇ ਵਿੱਚ ਇੰਨੇ ਸਾਰੇ ਲੂਪ ਹੋਲ ਨੇ ਜੀ ਕਿ ਅਸੀਂ ਇਹਨਾਂ ਸਾਰਿਆਂ ਦੇ ਵਿੱਚ 1 ਬਾਈ 1 ਸਾਰਿਆਂ ਦੇ ਉੱਤੇ ਜਿੰਨੀ ਵੀ ਹੈਗੀ ਅਸੀਂ ਹਾਈ ਕੋਰਟ ਦੇ ਵਿੱਚ ਸਾਰੇ ਅਸੀਂ ਅੱਗੇ ਲੈ ਕੇ ਆਵਾਂਗੇ ਕਿ ਇਹਨਾਂ ਨੇ ਕੀ ਗਲਤ ਕੀਤਾ ਤੇ ਕੀ ਇਹਨਾਂ ਨੇ ਫੈਬਰੀਕੇਟ ਕੀਤਾ ਹੈਗਾ ਜੀ। ਜੀ ਉਸ ਹਿਸਾਬ ਨਾਲ ਜਿਹੜੀ ਉਹਨਾਂ ਨੇ ਸਿਰਸਾ ਸਾਹਿਬ ਨੇ ਕਿਹਾ ਸੀਗਾ ਕਿ ਸਿਰਸਾ ਸਾਹਿਬ ਦਾ ਸਿਰਫ ਇਹ ਕਹਿਣਾ ਸੀਗਾ ਕਿ ਲੀਗਲੀ ਤੁਸੀਂ ਜੋ ਕਰ ਸਕਦੇ ਹੋ ਕਰੋ, ਅਸੀਂ ਉਸ ਦੇ ਵਿੱਚ ਤੁਹਾਨੂੰ ਕੁਝ ਨਹੀਂ ਕਹਿ ਸਕਦੇ ਕਿਉਂਕਿ ਤੁਹਾਡਾ ਰਾਈਟ ਹੈ, ਤੁਹਾਡੇ ਕੋਲ ਪਾਵਰ ਜੀ। ਪਰ ਕਿਸੇ ਬੱਚੇ ਦੇ ਨਾਲ, ਕਿਸੇ ਵੀ ਇਨਸਾਨ ਦੇ ਨਾਲ ਜੇ ਧੱਕਾ ਹੋਏਗਾ ਤੇ ਅਸੀਂ ਹਰ ਐਕਸਟੈਂਟ ਤੱਕ ਉਸ ਨੂੰ ਫਾਈਟ ਕਰਾਂਗੇ। ਅਸੀਂ ਕੋਰਟ 'ਚ ਵੀ ਬੈਟਲ ਲੜਾਂਗੇ, ਅਸੀਂ ਧਰਨੇ ਤੇ ਬੈਠਣਾ ਹੋਏਗਾ ਧਰਨੇ ਤੇ ਵੀ ਬੈਠਾਂਗੇ, ਜੋ ਕਰਨਾ ਪਏਗਾ ਕਰਾਂਗੇ, ਪਰ ਇਲੀਗੈਲਿਟੀ ਨਹੀਂ ਅਸੀਂ ਬਰਦਾਸ਼ਤ ਕਰਾਂਗੇ। ਵਰਿੰਦਰਪਾਲ, ਤੁਹਾਡੀ ਟੀਮ ਜਿਹੜੀ ਆ ਉਹ ਲੱਖੀ ਸਦਾਣੇ ਤੋਂ ਬਿਨਾਂ ਹੋਰ ਜਿਹੜੇ ਆ 26 ਦੀ ਹਿੰਸਾ ਨਾਲ ਸੰਬੰਧਿਤ ਨੌਜਵਾਨਾਂ ਦੇ ਕੇਸ ਵੀ ਦੇਖ ਰਹੀ ਆ? ਅਸੀਂ ਸਾਰੇ ਸਾਨੂੰ ਬੜੀ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈਗਾ ਜੀ। ਸਾਡੇ ਜਿਹੜੇ ਤਾਂ ਇਸ ਦੇ ਵਿੱਚ ਅਰੈਸਟ ਹੋਏ ਸੀਗੇ ਉਹ ਅਰਾਊਂਡ ਅਰੈਸਟਡ ਪਰਸਨ ਦੇ ਵਿੱਚੋਂ 160 ਲੋਕਾਂ ਦੀ ਜ਼ਮਾਨਤਾਂ ਸਾਡੀ ਟੀਮ ਨੇ ਕਰਾਈਆਂ ਨੇ ਜੀ। ਤੇ ਉਸ ਟੀਮ ਨੇ ਕਿਸੇ ਵੀ ਬੱਚੇ ਕੋਲੋਂ ਜਾਂ ਕਿਸੇ ਵੀ ਬੰਦੇ ਕੋਲੋਂ ਉਹ ਕਿਸੇ ਵੀ ਲੀਗਲ ਸਹਾਇਤਾ ਵਾਸਤੇ ਕੋਈ ਪੈਸਾ ਨਹੀਂ ਲਿਆ। ਸਭ ਲੋਕਾਂ ਨੇ ਆਪਣੀ ਜੇਬ 'ਚੋਂ ਪੈਸੇ ਖਰਚ ਕੀਤੇ। ਬਾਕੀ ਇਨਫਰਾਸਟ੍ਰਕਚਰ ਸਾਨੂੰ ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਪ੍ਰੋਵਾਈਡ ਕੀਤਾ ਜੀ। ਜਦੋਂ ਸਾਡੀ ਜ਼ਮਾਨਤਾਂ ਹੋਣੀ ਸ਼ੁਰੂ ਹੋਈਆਂ ਤੇ ਉਸ ਦੇ ਵਿੱਚ ਸਾਨੂੰ ਇੱਕ ਸਭ ਤੋਂ ਵੱਡੀ ਪ੍ਰੋਬਲਮ ਇਹ ਆਈ ਕਿ ਕਈ ਬੱਚੇ ਬਹੁਤ ਗਰੀਬ ਘਰਾਂ ਦੇ ਸੀ ਜੀ ਜੀ, ਜਿਨ੍ਹਾਂ ਕੋਲੇ ਪੈਸੇ ਨਹੀਂ ਸੀਗੇ ਤੇ ਉਹਨਾਂ ਪਰਿਵਾਰਾਂ ਕੋਲ ਇੰਨੇ ਪੈਸੇ ਨਹੀਂ ਸੀਗੇ ਕਿ ਉਹ ਪੰਜਾਬ ਤੋਂ ਦਿੱਲੀ ਆ ਜਾਣ। ਫਿਰ ਮੈਂ ਸਿਰਸਾ ਜੀ ਨੂੰ ਦੱਸਿਆ, ਮੈਂ ਕਿਹਾ ਸਿਰਸਾ ਜੀ ਆਹ ਪ੍ਰੋਬਲਮ ਆ ਰਹੀ ਹੈ। ਤੇ ਸਿਰਸਾ ਜੀ ਕਹਿੰਦੇ ਵੀ ਅਸੀਂ ਕਿਸੇ ਨੂੰ ਪੈਸੇ ਦੇ ਕਰਕੇ ਨਹੀਂ ਅੰਦਰ ਰਹਿਣ ਦਿਆਂਗੇ ਜੀ। ਜਿਹੜੇ ਉਹਨਾਂ ਦੇ ਪਰਿਵਾਰ ਵਾਲੇ ਸੀ ਉਹਨਾਂ ਨੂੰ ਖਰਚਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਖਰਚਾ ਕਰਕੇ ਆਪ ਬੁਲਾ ਕੇ ਦਿੱਲੀ ਰੇਲਵੇ ਸਟੇਸ਼ਨ ਤੋਂ ਗੁਰਦੁਆਰਾ ਸਾਹਿਬ ਦੀ ਗੱਡੀ ਆਉਂਦੀ ਸੀ, ਉਹਨਾਂ ਨੂੰ ਪਿਕ ਕਰਦੀ ਸੀ, ਗੁਰਦੁਆਰਾ ਸਾਹਿਬ ਲਿਆਉਂਦੀ ਸੀ, ਲੰਗਰ ਪਾਣੀ ਸਭ ਕੁਝ, ਰਹਿਣ ਦੇ ਲਈ ਕਮਰੇ। ਫਿਰ ਜੇ ਉਹਨਾਂ ਨੇ ਇਸ ਦੀ ਪੈਰਵਾਈ ਕਰਨ ਲਈ ਕੋਰਟ ਜਾਣਾ ਉਹਨਾਂ ਨੂੰ ਕੋਰਟ ਲੈ ਕੇ ਜਾਂਦੀ ਸੀ। ਸ਼ਾਮ ਨੂੰ ਜੇ ਬੱਚੇ ਤਿਹਾੜ ਜੇਲ੍ਹ ਤੋਂ ਬਾਹਰ ਆ ਰਹੇ ਆ ਉਹਨਾਂ ਨੂੰ ਉੱਥੋਂ ਲੈ ਕੇ ਫਿਰ ਗੁਰਦੁਆਰਾ ਸਾਹਿਬ ਰੱਖਦੀ। ਇਹਨਾਂ ਕੇਸਾਂ ਦੇ ਵਿੱਚ 50-50 ਹਜ਼ਾਰ ਰੁਪਏ ਦੇ ਬੇਲ ਬੌਂਡ ਭਰਨ ਦੀ ਅਮਾਊਂਟ ਜਿਹੜੀ ਕੋਰਟ ਨੇ ਰੱਖੀ, ਉਹ ਬੇਲ ਬੌਂਡ ਵੀ ਜਿਹੜੇ ਨੇ ਉਹ ਗੁਰਦੁਆਰਾ ਕਮੇਟੀ ਨੇ ਪੇ ਕੀਤੇ ਨੇ। ਤੇ
ਉਸ ਬੇਲ ਬੌਂਡ ਦੀ ਅਮਾਊਂਟ ਜਿਹੜੀ ਚੁੱਕੀ ਹੈ ਅਰਾਊਂਡ ਮੇਰੇ ਹਿਸਾਬ ਨਾਲ 30 to 40 ਲੱਖ ਰੁਪੀਸ ਜਿਹੜੇ ਹੈਗੇ ਆ ਉਹ ਮਤਲਬ ਫਿਗਰ ਜ਼ਿਆਦਾ ਵੀ ਹੋ ਸਕਦੀ ਹੈ ਜੀ, ਕਿਉਂਕਿ ਉਹ ਸਾਡੀ ਟੀਮ ਇੱਕ ਹੋਰ ਸੀ ਜਿਹਨੇ ਬੇਲ ਬੌਂਡ ਭਰੇ ਆ, ਅਸੀਂ ਟੀਮਾਂ ਵੰਡੀਆਂ ਹੋਈਆਂ ਸੀ ਜੀ, ਪਰ ਮੈਨੂੰ ਜਿੱਥੇ ਪਤਾ 30 ਤੋਂ 40 ਲੱਖ ਰੁਪਈਆ ਜਿਹੜਾ ਹੈਗਾ ਬੇਲ ਬੌਂਡ ਦਾ ਉਹ ਗੁਰਦੁਆਰਾ ਸਾਹਿਬ ਦੇ ਕਮੇਟੀ ਵੱਲੋਂ ਦਿੱਤੇ ਗਏ ਜੀ, ਤੇ ਇਸ ਕਮੇਟੀ ਦੇ ਕਰਕੇ ਬੜਾ ਫਾਇਦਾ ਹੋਇਆ ਸਾਡੇ ਬੱਚਿਆਂ ਨੂੰ ਕਿ ਉਹਨਾਂ ਨੂੰ ਹਰਾਸਮੈਂਟ ਤੋਂ ਬਚਾਅ ਹੋ ਗਿਆ, ਨਹੀਂ ਤਾਂ ਕਾਫੀ ਹਰਾਸਮੈਂਟ ਹੋ ਸਕਦੀ ਸੀ। ਕਈ ਲੋਕ ਬੇਲ ਬੌਂਡ ਨਾ ਭਰਨ ਕਰਕੇ ਹੀ ਕਾਫੀ ਟਾਈਮ ਤੱਕ ਅੰਦਰ ਰਹਿ ਸਕਦੇ ਜੀ। ਫਿਰ ਮੇਰਾ ਦੂਸਰਾ ਇਸ ਦਾ ਇਹ ਹੈ ਕਿ ਵੀ ਇਹ ਟੀਮ ਸਿਰਫ ਬੇਲਾਂ ਤੱਕ ਨਹੀਂ ਹੈਗੀ, ਅੱਗੇ ਜਿੰਨਾ ਕੇਸ ਲੜਿਆ ਜਾਏਗਾ ਉਸ ਨੂੰ ਅਸੀਂ ਐਂਡ ਤੱਕ ਲੜਾਂਗੇ ਜਾਂ ਸਾਰਿਆਂ ਨੂੰ ਬਾਇਜ਼ਤ ਬਰੀ ਕਰਾਵਾਂਗੇ। ਹੁਣ ਤੁਹਾਨੂੰ ਇਹਦੇ ਵਿੱਚ ਗੱਲ ਦੱਸੀ ਨਾ ਕਿ ਇਹਦੇ ਵਿੱਚ ਸਾਡੇ ਦਿੱਲੀ ਦੇ ਕਈ ਸੀਨੀਅਰ ਐਡਵੋਕੇਟਸ ਨੇ, ਜਿਵੇਂ ਰਮੇਸ਼ ਗੁਪਤਾ ਜੀ ਨੇ ਸੀਨੀਅਰ ਐਡਵੋਕੇਟ, ਉਹ ਬਾਰ ਕੌਂਸਲ ਦੇ ਚੇਅਰਮੈਨ ਵੀ ਨੇ ਜੀ। ਉਹਨਾਂ ਦੀ ਜਿਹੜੀ ਫੀਸ ਹੈ ਉਹ 7 ਤੋਂ 8 ਲੱਖ ਰੁਪਈਆ ਪਰ ਹੀਅਰਿੰਗ ਹੈ, ਮਤਲਬ ਇੱਕ ਪੇਸ਼ੀ ਦੀ ਇੰਨੀ ਫੀਸ ਹੈ ਜੀ। ਪਰ ਉਹਨਾਂ ਨੇ ਕਿਸਾਨਾਂ ਦੇ ਲਈ ਕੋਈ ਪੈਸਾ ਨਹੀਂ ਚਾਰਜ ਕੀਤਾ, ਜਿੰਨੀ ਅਪੀਅਰੈਂਸ ਹੁੰਦੀ ਹੈ ਹੋਣ ਦਿਓ, ਉਹ ਸਾਰੇ ਕੇਸਾਂ 'ਚ ਜਿੱਥੇ ਲੋੜ ਪਈ ਜਿੱਥੇ ਉਹ ਪੇਸ਼ ਹੋਏ। ਮਤਲਬ ਕਾਫੀ ਬੱਚਿਆਂ ਦਾ ਫਾਇਦਾ ਹੋ ਗਿਆ ਸਾਨੂੰ ਹਰ ਤਰ੍ਹਾਂ ਦੇ। ਚੀਮਾ ਸਾਹਿਬ ਨੇ, RS ਚੀਮਾ ਜਿਹੜੇ ਆਪਣੇ ਸੀਨੀਅਰ ਐਡਵੋਕੇਟ ਨੇ ਪੰਜਾਬ ਐਂਡ ਹਰਿਆਣਾ ਦੇ ਜੀ, ਉਹਨਾਂ ਨੇ ਅੱਗੇ ਵੱਧ ਕੇ ਇਸ ਹਿਸਾਬ ਨਾਲ ਜਿੱਥੇ ਵੀ ਜ਼ਰੂਰਤ ਪਈ ਉਹ ਅਪੇਅਰ ਹੋਏ ਨੇ, ਉਹਨਾਂ ਨੇ ਵੀ 1 ਰੁਪਈਆ ਨਹੀਂ ਲਿਆ। ਤੇ ਕਈ ਸੀਨੀਅਰ ਐਡਵੋਕੇਟਸ ਦਾ ਬੜਾ ਸਾਨੂੰ ਮਾਣ ਹੈ ਕਿ ਉਹਨਾਂ ਨੇ ਇਸ ਕੰਮ ਦੇ ਲਈ ਸਾਡਾ ਸਾਥ ਦਿੱਤਾ ਤੇ ਸਾਡੀ ਟੀਮ ਦਾ ਸਾਥ ਦਿੱਤਾ। ਮੇਰਾ ਆਖਰੀ ਸਵਾਲ ਹੈਗਾ ਤੁਹਾਡੇ ਕੋਲ ਕਿ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ ਕਈ ਵਾਰੀ ਲੋਕ ਬਾਇਜ਼ਤ ਬਰੀ ਹੋ ਜਾਂਦੇ ਆ, ਪਰ ਬਾਇਜ਼ਤ ਬਰੀ ਹੋਣ ਤੱਕ ਦਾ ਜਿਹੜਾ ਸਮਾਂ ਹੈਗਾ ਉਹ ਉਮਰ ਦਾ ਜਿਹੜਾ ਕਹਿ ਸਕਦੇ ਹਾਂ ਕਿ ਕੀਮਤੀ ਜਿਹੜਾ ਸਮਾਂ ਹੈਗਾ ਜਾਂ ਦੌਰ ਹੈਗਾ ਉਹ ਨਿਕਲ ਜਾਂਦਾ ਅਦਾਲਤਾਂ ਦੇ ਚੱਕਰ ਕੱਟਦੇ। ਔਰ ਜਿਸ ਤਰੀਕੇ ਦੇ ਨਾਲ ਹੁਣ ਲੱਖੇ ਦੇ ਕੇਸ ਨੂੰ ਦੇਖ ਲਈਏ ਜਾਂ ਉਸ ਤੋਂ ਪਹਿਲਾਂ ਦੀਪ ਸਿੱਧੂ ਦਾ ਕੇਸ ਸੀਗਾ ਜਾਂ ਹੋਰ ਬਹੁਤ ਸਾਰੇ ਨੌਜਵਾਨਾਂ ਦੇ ਕੇਸ ਆ ਜਿਹੜੇ ਤਿਹਾੜ ਜੇਲ੍ਹ 'ਚੋਂ ਨਿਕਲੇ, ਅਸੀਂ ਵੀ ਉਹਨਾਂ ਦੀ ਜਿਹੜੀ ਉੱਥੋਂ ਕਵਰੇਜ ਕੀਤੀ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੇ ਮਾਪਿਆਂ ਦਾ ਡਰ ਦੇਖਿਆ। ਮੈਨੂੰ ਯਾਦ ਹੈ ਤਿਹਾੜ ਜੇਲ੍ਹ ਦੇ ਬਾਹਰ ਮੈਂ ਖੜੀ ਹੋਈ ਸੀ ਤੇ ਇੱਕ ਬੱਚਾ ਜਿਹੜਾ ਅੰਦਰੋਂ ਜਦੋਂ ਨਿਕਲਣਾ ਸੀ ਤੇ ਉਹਨਾਂ ਦੀ ਮਾਂ-ਬਾਪ ਨਹੀਂ ਸੀ ਚਾਹੁੰਦੇ ਕਿ ਕੈਮਰੇ ਜਿਹੜੇ ਉਹਨਾਂ ਨੂੰ ਕੈਪਚਰ ਕਰਨ। ਉਹਨਾਂ ਨੂੰ ਡਰ ਸੀ ਕਿ ਸਾਡੇ ਬੱਚਿਆਂ ਦੇ ਵਿਆਹ ਕਿਵੇਂ ਹੋਣੇ ਆ, ਕਿਉਂਕਿ ਬਹੁਤ ਜਿਹੜੇ ਸਾਊ ਪਰਿਵਾਰ ਹੁੰਦੇ ਆ, ਨਹੀਂ ਮਤਲਬ ਇਹ ਵੱਡਾ ਨਾਮ ਹੈ ਇੱਕ ਜੇਲ੍ਹ ਦਾ ਔਰ ਕਿਸੇ ਕੇਸ ਦੇ ਵਿੱਚ ਫਸ ਜਾਣਾ। ਕੀ ਤੁਹਾਡੀ ਟੀਮ ਜਿਹੜੀ ਆ ਉਹਦੀ ਇਸ ਤਰ੍ਹਾਂ ਦੀ ਕੋਸ਼ਿਸ਼ ਰਹੂਗੀ ਜਾਂ ਲੱਗਦਾ ਕੋਈ ਇੱਦਾਂ ਦਾ ਪ੍ਰੋਵੀਜ਼ਨ ਦਿਖਦਾ ਵਿੱਚ ਕਿ ਛੇਤੀ ਜਿਹੜਾ ਇਹਨਾਂ ਕੇਸਾਂ ਤੋਂ ਜਿਹੜਾ ਖਹਿੜਾ ਛੁੱਟ ਸਕੇ? ਕਿਉਂਕਿ ਜੇ ਬਹੁਤ ਲੰਬਾ ਸਮਾਂ ਚੱਲਦਾ ਤੇ ਉਹਦੇ ਵਿੱਚ ਤੁਹਾਡੀ ਟੀਮ ਨੂੰ ਕੰਮ ਕਰਨ ਦੇ ਵਿੱਚ ਮੁਸ਼ਕਿਲ ਆ ਸਕਦੀ ਹੈ, ਲੋਕਾਂ ਦਾ ਜੁੜਾਅ ਜਿਹੜਾ ਜਾਂ ਇਮੋਸ਼ਨਸ ਇਸ ਤਰੀਕੇ ਨਾਲ ਹੋ ਸਕਦਾ ਨਾ ਬਣੇ ਰਹਿਣ। ਕੀ ਲੱਗਦਾ ਕਿ ਛੇਤੀ ਜਿਹੜੀਆਂ ਇਹਨਾਂ ਚੀਜ਼ਾਂ ਤੋਂ ਬਾਹਰ ਕੱਢਿਆ ਜਾ ਸਕਦਾ ਬੱਚਿਆਂ ਨੂੰ? ਜਿਵੇਂ ਤੁਸੀਂ ਕਿਹਾ ਕਿ ਬੇਲ ਤੇ ਨਹੀਂ ਰੁਕਾਂਗੇ, ਬਾਇਜ਼ਤ ਜਿਹੜਾ ਬਰੀ ਕਰਵਾਉਣ ਤੱਕ ਦੀ ਜਿਹੜੀ ਤੁਹਾਡੀ ਹੈਗੀ ਆ ਮਨਸ਼ਾ। ਮੈਂ ਤੁਹਾਨੂੰ ਕੋਈ ਇੱਕ ਚੀਜ਼ ਹੋਰ ਦੱਸਣਾ ਚਾਹੁੰਦਾ। ਜਦੋਂ ਅਸੀਂ ਇਹਨਾਂ ਬੱਚਿਆਂ ਦੀ ਜ਼ਮਾਨਤਾਂ ਲਗਾ ਰਹੇ ਸੀਗੇ ਜੀ, ਤੇ ਅਸੀਂ ਜਿਹੜਾ ਕੇਸ ਹੈਗਾ ਸਾਰਾ ਟੈਕਨੀਕਲ ਗਰਾਊਂਡਸ ਦੇ ਉੱਤੇ ਬੇਸ ਕਰਕੇ ਸਾਰੀ ਜਿੰਨੀ ਵੀ ਪੁਲਿਸ ਨੇ ਗਲਤੀਆਂ ਕੀਤੀਆਂ ਨੇ ਉਹ ਸਾਰੀਆਂ ਜੱਜ ਸਾਹਿਬ ਨੂੰ ਦੱਸੀਆਂ ਤੇ ਜਦੋਂ ਆਰਡਰ ਵੀ ਪਾਸ ਹੋਏ ਤੇ ਜੱਜ ਸਾਹਿਬ ਨੇ ਉਹ ਗਲਤੀਆਂ ਉਹਦੇ ਵੀ ਨੋਟ ਕੀਤੀਆਂ। ਇੱਕ ਬੇਲ ਆਰਡਰ ਤਾਂ ਇਸ ਤਰ੍ਹਾਂ ਦਾ ਹੈਗਾ ਜਿਸ ਦੇ ਵਿੱਚ ਜੱਜ ਸਾਹਿਬ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਕਿਹਾ ਹੈਗਾ ਕਿ ਇਹਨਾਂ ਪੁਲਿਸ ਵਾਲਿਆਂ ਦੇ ਖਿਲਾਫ ਐਕਸ਼ਨ ਲਓ ਕਿ ਇਹਨਾਂ ਨੇ ਇੰਨੀ ਵੱਡੀ ਇਲੀਗੈਲਿਟੀ ਕਿਵੇਂ ਕਰ ਦਿੱਤੀ ਜੀ। ਤੇ ਕਈ ਜਗ੍ਹਾ ਦੇ ਉੱਤੇ ਜਿਹਦੇ ਬੱਚਿਆਂ ਦੀ ਜ਼ਮਾਨਤਾਂ ਹੋਈਆਂ ਨੇ ਉਹਨਾਂ ਨੇ ਕਿਹਾ ਜੀ ਆਹ ਦੇਖੋ ਜੀ ਆਹ ਬੱਚਾ ਖੜਾ ਫੋਟੋ ਦੇ ਵਿੱਚ ਦਿਖ ਰਿਹਾ ਤੇ ਜੱਜ ਸਾਹਿਬ ਨੇ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਖੜੇ ਹੋਣ ਦੇ ਨਾਲ ਇਕੱਲਾ ਅਫੈਂਸ ਨਹੀਂ ਹੁੰਦਾ, ਇਹ ਦੱਸੋ ਕਿ ਤੁਸੀਂ ਇਸਨੇ ਅਫੈਂਸ ਕੀਤਾ ਕੀ ਹੈ। ਜੀ ਦਿੱਲੀ ਦੇ ਵਿੱਚ ਐਂਟਰ ਕਰਨਾ ਅਫੈਂਸ ਨਹੀਂ ਸੀਗਾ, ਲਾਲ ਕਿਲੇ ਜਾਣਾ ਅਫੈਂਸ ਨਹੀਂ ਸੀ, ਲਾਲ ਕਿਲੇ ਤੋਂ ਫੋਟੋ ਖਿਚਾਉਣਾ ਅਫੈਂਸ ਨਹੀਂ ਸੀ, ਤੁਸੀਂ ਇਹ ਦੱਸੋ ਅਫੈਂਸ ਕੀ ਕੀਤੀ। ਉਹਨਾਂ ਦਾ ਉਸਦੇ ਕੋਲ ਜਵਾਬ ਨਹੀਂ ਜੀ। ਇੱਕ ਚੀਜ਼ ਹੋਰ ਨੋਟ ਕਰਿਓ, ਜਿਹੜੀ ਰੈੱਡ ਫੋਰਟ ਵਾਲੀ FIR ਹੈ 96 ਨੰਬਰ, ਉਹਦੇ ਵਿੱਚ ਉਹਨਾਂ ਨੇ 16 ਅਕਿਊਜ਼ ਬਣਾਏ ਨੇ ਹਲੇ ਤੱਕ, ਜਦਕਿ FIR ਪੜ੍ਹੋ ਤਾਂ ਉਹਦੇ ਵਿੱਚ ਕਹਿੰਦੇ 1100 ਬੰਦਾ ਜਿਹੜਾ ਅਸੀਂ ਫੜਨਾ ਹੈਗਾ। ਕਿਉਂਕਿ ਉਹਨਾਂ ਕੋਲ ਇੰਨਾ ਹੈ ਹੀ ਨਹੀਂ ਪ੍ਰੂਫ ਸਾਡੇ ਬੱਚਿਆਂ ਦੇ ਖਿਲਾਫ ਤੇ ਹੋਇਆ ਕੀ ਹੈ ਜੀ। ਇਹ ਤਾਂ ਕੋਈ ਹੋਰ ਭੀੜ ਆਈ ਜਿਸ ਨੇ ਆ ਕੇ ਕੀਤਾ, ਕਿਸਾਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਉੱਥੇ ਗਲਤ। ਇਸ ਕਰਕੇ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਲੰਬਾ ਸਮਾਂ ਇਹਨਾਂ ਚੀਜ਼ਾਂ ਦੇ ਵਿੱਚ ਫਸਣ ਦੀ ਬਜਾਏ ਛੇਤੀ ਮਤਲਬ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣ ਦੀ ਉਮੀਦ ਹੈ। ਸਾਡਾ ਇੱਕ ਅਸੀਂ ਕਮਿਟਮੈਂਟ ਇਹ ਦੇ ਸਕਦੇ ਹਾਂ ਕਿ ਇਹ ਬੱਚੇ ਹਰਾਸ ਨਹੀਂ ਹੋਣਗੇ। ਜਿੱਦਾਂ ਤੁਸੀਂ ਕਹਿੰਦੇ ਕਚਹਿਰੀਆਂ ਦੇ ਚੱਕਰ ਕੱਟਣੇ ਪੈਣਗੇ, ਇਹਨਾਂ ਨੂੰ ਚੱਕਰ ਨਹੀਂ ਕਟਾਵਾਂਗੇ ਅਸੀਂ। ਸਾਡੀ ਕੋਸ਼ਿਸ਼ ਇਹ ਰਹੂਗੀ ਕਿ ਇਹਨਾਂ ਨੂੰ ਘੱਟ ਤੋਂ ਘੱਟ ਪੇਸ਼ ਕਰਾਈਏ ਤਾਂ ਜੋ ਕਿ ਅਸੀਂ ਛੇਤੀ ਤੋਂ ਛੇਤੀ ਕੇਸ ਨੂੰ ਖਤਮ ਕਰਕੇ ਇਹਨਾਂ ਨੂੰ ਬਾਇਜ਼ਤ ਬਰੀ ਕਰਾਂਗੇ ਜੀ।
ਜਦ ਤੱਕ ਅਸੀਂ ਸਾਡੀ ਟੀਮ ਬੈਠੀ ਹੈ, ਸਾਡੀ ਟੀਮ ਦਾ ਇੱਕੋ ਹੀ ਹੈ ਕਿ ਕਿਸੇ ਨੂੰ ਹਰਾਸਮੈਂਟ ਨਹੀਂ ਹੋਣ ਦਿਆਂਗੇ। ਬਹੁਤ ਬਹੁਤ ਸ਼ੁਕਰੀਆ ਵਰਿੰਦਰਪਾਲ ਜੀ, ਸਾਡੇ ਨਾਲ ਜੁੜਨ ਦੇ ਲਈ, ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਇਸ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਜਿਹਦੇ ਵਿੱਚ ਕੋਰਟ ਜਿਹੜੀ ਆ ਲਗਾਤਾਰ ਇਹਨਾਂ ਚੀਜ਼ਾਂ ਤੋਂ ਤੇ ਸੁਣਵਾਈ ਕਰ ਰਹੀ ਆ, ਔਰ ਵਕੀਲਾਂ ਦਾ ਜਿਹੜਾ ਪੈਨਲ ਹੈਗਾ, ਜਿਸ ਤਰੀਕੇ ਨਾਲ ਵਰਿੰਦਰਪਾਲ ਜੀ ਨੇ ਦੱਸਿਆ ਕਿ ਪੂਰੀ ਦੀ ਪੂਰੀ ਟੀਮ ਹੈਗੀ, ਔਰ ਮਨਜਿੰਦਰ ਸਿੰਘ ਸਿਰਸਾ ਸ਼ੁਰੂ ਤੋਂ ਹੀ ਦੇਖ ਰਹੇ ਹਾਂ ਅਸੀਂ ਕਿ ਕਿੰਨੀ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਦੇ ਵਿੱਚ ਲੱਗੇ ਹੋਏ ਨੇ, ਔਰ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਸਾਡੇ ਹੈਗੇ, ਬਹੁਤ ਛੋਟੀ ਛੋਟੀ ਉਮਰ ਦੇ ਮੁੰਡਿਆਂ ਨੂੰ ਵੀ ਅਰੈਸਟ ਕੀਤਾ ਗਿਆ ਇਸ ਚੀਜ਼ ਨੂੰ ਲੈ ਕੇ। ਜੋ ਜ਼ਮਾਨਤਾਂ ਜਿਹੜੀਆਂ ਬਿਨਾਂ ਸ਼ੱਕ ਹੋ ਰਹੀਆਂ, ਔਰ ਲੱਖੇ ਸਿਧਾਣੇ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਸਾਰੀ ਕਨਫਿਊਜ਼ਨ ਸੀਗੇ, ਬੜੇ ਸਾਰੇ ਡਰ ਸੀ ਲੈ ਕੇ ਉਹਨਾਂ ਨੂੰ ਕਿ ਕਿਉਂ ਸ਼ਾਇਦ ਉਹਨਾਂ ਨੂੰ ਲੁਕਣ ਛਿਪਣ ਦੀ ਲੋੜ ਪੈ ਰਹੀ ਆ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਅਰੈਸਟ ਕੀਤਾ ਜਾ ਸਕਦਾ। ਸੋ ਇਹ ਟੀਮ ਜਿਹੜੀ ਹੈਗੀ ਆ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੀ ਆ, ਔਰ ਬਹੁਤ ਜਿਹੜੀਆਂ ਚੀਜ਼ਾਂ ਹੈਗੀਆਂ ਅੱਜ ਕਲੀਅਰ ਹੋਈਆਂ ਨੇ ਕਿ ਲੱਖੇ ਸਿਧਾਣੇ ਨੂੰ ਰਾਹਤ ਮਿਲ ਸਕਦੀ ਹੈ। ਹਾਲ ਦੀ ਘੜੀ ਸਾਰਾ ਕੁਝ ਉਹਨਾਂ ਦੇ ਫੇਵਰ ਦੇ ਵਿੱਚ ਜਾ ਰਿਹਾ, ਇਨਵੈਸਟੀਗੇਸ਼ਨ ਜਿਹੜੀ ਆ ਉਹਦੇ ਗੋ ਥਰੂ ਹੋ ਰਹੇ ਨੇ, ਉਸ ਤੋਂ ਬਾਅਦ ਜਿਹੜੇ ਆ ਫਾਈਨਲ ਰਿਜ਼ਲਟ ਨਿਕਲ ਕੇ ਕੀ ਆਉਂਦੇ ਨੇ ਉਹਦੇ ਲਈ ਜ਼ਰੂਰ ਤੁਹਾਨੂੰ ਅਪਡੇਟ ਦੇਵਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਸ਼ੁਕਰੀਆ।